ਪ੍ਰਸਿੱਧ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਤਿਹਾਸ ਸੁਣਾ ਰਹੇ ਹੈ। ਜਿਹੜੇ ਆਸ਼ਰਮਾਂ ਦੇ ਬਾਰੇ ਆਪ ਜੀ ਨੇ ਕਥਾ ਸ਼੍ਰਵਣ ਕੀਤੀ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ, ਜੋ ਜੰਮੂ ਦੇ ਇਲਾਕੇ ਦਾ ਰਾਜਾ, ਇਹਨੂੰ ਖਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਦੀ ਪੁੱਜਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਉਂਦਾ ਹੈ। ਜਿੱਥੇ ਆਪਾਂ ਇਤਿਹਾਸ ਸ਼੍ਰਵਣ ਕਰਨਾ ਹੈ, ਉੱਥੇ ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ, ਤਿਨਾਂ ਦਾ ਗੁਰਤਾ ਗੱਦੀ ਦਿਵਸ ਵੀ ਹੈ। ਵਿਚਾਰ ਕਰਨ ਤੋਂ ਪਹਿਲਾਂ ਆਪ ਸੰਗਤ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਇਹ ਅਸਥਾਨ ਬਾਬਾ ਗੁਰਦਿੱਤਾ ਜੀ ਨੇ ਵਰਸਾਇਆ ਸੀ। ਇੱਥੇ ਹੀ ਗੁਰਤਾ ਗੱਦੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਮਿਲਦੀ ਹੈ। ਇੱਥੇ ਇਸ ਸਥਾਨ ਤੇ ਹੀ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਿਨਾਂ ਦੇ 5 ਸੁਪੁੱਤਰ, ਉਹਨਾਂ ਦੇ ਵਿੱਚੋਂ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਦੇ ਵਿਖੇ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਗੁਰਤਾ ਗੱਦੀ ਤੇ ਚੇਤ ਸੁਦੀ 10 ਨੂੰ ਮਹਾਰਾਜ ਬਿਕਰਮੀ 1701 ਈਸਵੀ 1606 ਦੇ ਵਿੱਚ ਵਿਰਾਜਮਾਨ ਹੁੰਦੇ ਹੈ। ਮੇਰੀ ਪੀਰੀ ਦੇ ਮਾਲਕ ਨੇ ਬਹੁਤ ਪਰਖਾ ਕੀਤੀਆਂ। ਜੋ ਪਰਖਣਾ ਕੀਤਾ ਮਹਾਰਾਜ ਜੀ ਨੂੰ, ਆਪ ਜੀ ਨੇ ਅੰਮ੍ਰਿਤ ਵੇਲੇ ਵੀ ਇਤਿਹਾਸ ਸ਼੍ਰਵਣ ਕੀਤਾ ਸੀ। ਇਸੇ ਤਰ੍ਹਾਂ ਗੁਰਤਾ ਗੱਦੀ ਤੋਂ ਬਾਅਦ ਸਤਿਗੁਰੂ ਜੀ ਨੇ ਧਰਮ ਦਾ ਪ੍ਰਚਾਰ ਕੀਤਾ। 2200 ਘੋੜ ਸਵਾਰ ਮਹਾਰਾਜ ਜੀ ਦੇ ਨਾਲ ਵਿਚਰਿਆ ਕਰਦੇ। ਗਰੀਬ ਨਵਾਜ ਜੀ ਨੇ ਬਾਣੀ ਜਿੱਥੇ ਪੜ੍ਹਨੀ ਸਿਖਾਈ, ਉੱਥੇ ਨਾਲ ਬਾਣੀ ਦਾ ਸਤਿਕਾਰ ਵੀ ਗੁਰੂ ਕੇ ਸਿੱਖਾਂ ਨੂੰ ਸਿਖਾਇਆ। ਆਪ ਜੀ ਬਹੁਤ ਵਾਰ ਮਹਾਤਮਾ ਜਨਾਂ ਤੋਂ, ਗਿਆਨੀ ਜਨਾਂ ਤੋਂ ਇਹ ਸਾਖੀ ਸ਼੍ਰਵਣ ਕਰਦੇ ਹੋ। 7ਵੇਂ ਪਾਤਸ਼ਾਹ ਮਹਾਰਾਜ ਆਰਾਮ ਫਰਮਾ ਰਹੇ ਸਨ। ਕਾਬਲ ਦੀ ਧਰਤੀ ਤੋਂ ਸੰਗਤਾਂ ਆਈਆਂ। ਉਹ ਜਦੋਂ ਆਏ ਐ, ਆਉਂਦਿਆਂ ਸਾਰ ਗੁਰੂ ਕੇ ਸਿੱਖਾਂ ਦਾ ਇੱਕ ਨੇਮ ਸੀ, ਬਾਣੀ ਪੜ੍ਹਦੇ, ਕੀਰਤਨ ਗਾ ਰਹੇ ਸਨ। ਗੁਰਸੰਗਤ ਜੀ ਜਦੋਂ ਕੰਨਾਂ ਦੇ ਵਿੱਚ ਮਹਾਰਾਜ ਦੇ ਆਵਾਜ਼ ਪੈਂਦੀ ਹੈ, ਆਰਾਮ ਫਰਮਾ ਰਹੇ, ਉਸੇ ਵਕਤ ਇੱਕੋ ਦਮ ਖੜੇ ਹੋ ਗਏ। ਜਦੋਂ ਕਾਹਲੀ ਦੇ ਨਾਲ ਖੜੇ ਹੁੰਦੇ ਐ, ਜਿਸ ਆਸਣ ਤੇ ਸਤਿਗੁਰੂ ਜੀ ਸਜੇ ਹੋਏ ਸੀ, ਉਹ ਮੰਜੇ ਦਾ ਪਾਵਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੋਡੇ ਦੇ ਨਾਲ ਲੱਗਦਾ ਹੈ। ਲੱਗਣ ਦੇ ਕਰਕੇ ਕੁਝ ਕੁ ਜ਼ਖਮ ਹੁੰਦਾ ਹੈ, ਖੂਨ ਸਿਮਦਾ ਹੈ, ਸੰਗਤਾਂ ਨੂੰ ਪਤਾ ਲੱਗਦਾ ਹੈ। ਪੁੱਛਿਆ ਮਹਾਰਾਜ, ਐਡੀ ਆਪ ਜੀ ਨੂੰ ਕਿਹੜੀ ਕਾਹਲੀ ਹੋ ਗਈ ਸੀ, ਇੱਕੋ ਦਮ ਤੁਸੀਂ ਮਹਾਰਾਜ ਉੱਠੇ ਹੋ, ਡਰ ਗਏ ਸੋ ਜਾਂ ਕੀ ਕਾਰਨ ਬਣਿਆ? ਮਹਾਰਾਜ ਨੇ ਕਾਰਨ ਦੱਸਿਆ ਕਿ ਨਹੀਂ ਭਾਈ, ਸੰਗਤਾਂ ਆ ਰਹੀਆਂ ਸੀ, ਬਾਣੀ ਗਾ ਰਹੀਆਂ ਸਨ। ਬਾਣੀ ਗਾਉਂਦੀ ਉਹ ਸਾਡੀ ਆਵਾਜ਼ ਕੰਨਾਂ ਦੇ ਵਿੱਚ ਪਈ ਹੈ। ਜੇ ਅਸੀਂ ਖੜੇ ਨਾ ਹੁੰਦੇ ਤਾਂ ਇਹ ਗੁਰਬਾਣੀ ਦਾ ਅਦਬ ਨਹੀਂ ਸੀ, ਗੁਰਬਾਣੀ ਦਾ ਸਤਿਕਾਰ ਨਹੀਂ ਸੀ। ਜੇ ਅਸੀਂ ਸਤਿਕਾਰ ਨਾ ਕੀਤਾ, ਆਉਣ ਵਾਲੀ ਸਿੱਖ ਸੰਗਤ ਨੇ ਸਤਿਕਾਰ ਨਹੀਂ ਕਰਨਾ। ਪਾਵਨ ਮੁਖਾਰਬਿੰਦ ਤੋਂ ਸਤਿਗੁਰੂ ਜੀ ਨੇ ਬਚਨ ਕਹੇ ਸਨ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿੱਥੇ ਸਾਨੂੰ ਬਾਣੀ ਦਾ ਅਦਬ ਕਰਨਾ ਸਿਖਾਇਆ, ਉੱਥੇ ਮਹਾਰਾਜ ਜੀ ਨੇ ਜਗ੍ਹਾ ਜਗ੍ਹਾ ਤੇ ਦਵਾਖਾਨੇ ਵੀ ਖੋਲੇ ਹੋਏ ਸਨ। ਦਾਰਾ ਸਕੋ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਤੋਂ ਹੀ ਠੀਕ ਹੋਇਆ ਸੀ। ਸੰਸਾਰ ਦੇ ਅੰਦਰ ਭਰਾਵਾਂ ਭਰਾਵਾਂ ਦਾ ਪਿਆਰ ਆਪਾਂ ਆਮ ਦੇਖਦੇ ਹਾਂ। ਸ਼ਾਹਜਹਾਨ ਦੇ ਪੁੱਤਰ ਦਾਰਾ ਸਕੋ ਅਤੇ ਔਰੰਗਜ਼ੇਬ, ਜਿਹੜਾ ਬੜਾ ਹੀ ਉਪਦਰਵ ਕਰਨ ਵਾਲਾ, ਬੜਾ ਪਾਪੀ ਸੀ,
ਇਹਨੇ ਆਪਣੇ ਭਰਾ ਦੇ ਨਾਲ ਹੀ ਐਸਾ ਕਰਮ ਕੀਤਾ। ਸ਼ੇਰ ਦਾ ਵਾਲ ਆਪਣੇ ਭਰਾ ਨੂੰ ਖਵਾਇਆ ਦਾਰਾ ਸਕੋ ਨੂੰ। ਦੁਨੀਆ ਦੇ ਵੈਦ ਬੁਲਾਏ ਗਏ ਪਰ ਕਿਸੇ ਤੋਂ ਉਹ ਠੀਕ ਨਹੀਂ ਹੋਇਆ। ਦਿਨੋਂ ਦਿਨ ਕਮਜ਼ੋਰ ਹੁੰਦਾ ਗਿਆ। ਕਿਸੇ ਵੈਦ ਨੇ ਆ ਕੇ, ਗੁਰਮੁਖ ਨੇ ਆ ਕੇ ਦੱਸਿਆ ਕਿ ਸਿੱਖਾਂ ਦੇ ਗੁਰੂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਹੈ, ਉਹਨਾਂ ਦੇ ਦਰ ਤੇ ਦਵਾਖਾਨਾ ਖੋਲਿਆ ਹੋਇਆ, ਤੁਸੀਂ ਉੱਥੇ ਚਲੇ ਜਾਓ, ਤੁਹਾਡਾ ਪੁੱਤਰ ਠੀਕ ਹੋਏਗਾ। ਉਧਰੋਂ ਸ਼ਾਹ ਜਹਾਨ ਕਹਿੰਦਾ ਹੈ ਕਿ ਮੈਂ ਚਲਾ ਤਾਂ ਜਾਵਾਂਗਾ, ਮੈਂ ਉਹਨਾਂ ਦੇ ਦਰ ਦੇ ਨਾਲ ਬਹੁਤ ਪਾਪ ਕਮਾਇਆ ਹੈ। ਇਸੇ ਤਰ੍ਹਾਂ ਹੀ ਸਾਡਾ ਪਿਤਾ ਪਤਾਮਿਆਂ ਦਾ ਉਹਨਾਂ ਦੇ ਨਾਲ ਵੈਰ ਚੱਲਦਾ ਆਉਂਦਾ ਹੈ। ਬਾਬਰ ਕਿਆ ਤੇ ਬਾਬਿਆਂ ਕਿਆ, ਬਾਬੇ ਕਾ, ਇਹ ਆਪ ਜੀ ਨੂੰ ਪਤਾ ਹੈ ਦਿਨਾਂ ਦਿਨਾਂ ਤੋਂ ਵੈਰ ਵੱਧਦਾ ਹੀ ਜਾਂਦਾ ਹੈ। ਇਸੇ ਤਰ੍ਹਾਂ ਗੁਰਸੰਗਤ ਜੀ ਇੱਕ ਵਾਰੀ ਭਾਵਨਾ ਰੱਖ ਕੇ ਇਹਨੇ ਆਪਣੇ ਅਹਿਲਕਾਰ ਭੇਜੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੋਲ। ਬੇਨਤੀ ਕੀਤੀ, ਮਹਾਰਾਜ ਆਹ ਕਾਰਨ ਹੈ, ਦੱਸਿਆ ਸਾਰਾ। ਮਹਾਰਾਜ ਜੀ ਦੇ ਦਰ ਤੋਂ ਗੁਰਸੰਗਤ ਜੀ ਦਵਾ ਗਈ, ਜਿਸ ਦੇ ਵਿੱਚ ਹਰੜ ਸਨ, ਲੌਂਗ ਸਨ, ਹੋਰ ਕਈ ਦਵਾ ਪਾਈਆਂ ਗਈਆਂ ਸੀ। ਮਹਾਰਾਜ ਜੀ ਦੇ ਦਰ ਤੋਂ ਦਾਰਾ ਸ਼ਕੋ ਠੀਕ ਹੋਇਆ। ਇਸੇ ਤਰ੍ਹਾਂ ਹੀ ਬਹੁਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰ ਕੀਤਾ ਸੀ, ਬਾਣੀ ਦਾ, ਬਾਣੇ ਦਾ ਪ੍ਰਚਾਰ ਕੀਤਾ। ਆਪ ਜੀ ਨੂੰ ਪਤਾ ਹੈ ਮਾਲਵੇ ਇਲਾਕੇ ਦੇ ਵਿੱਚ ਜਿਸ ਵਕਤ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਏ, ਉਸੇ ਵਕਤ ਹੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸੰਦਲੀ ਤੇ ਫੂਲ ਨੂੰ ਵੀ ਰਾਜ ਬਖਸ਼ਿਆ ਸੀ। ਦੇਖੋ ਕੈਸੇ ਦਾਨੀ ਸਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ। ਕਾਲੇ ਖਾਂ ਜਦੋਂ ਦਰਬਾਰ ਦੇ ਅੰਦਰ ਲੈ ਕੇ ਆਪਣੇ ਭਤੀਜਿਆਂ ਨੂੰ ਗੁਰਸੰਗਤ ਜੀ ਅੱਗੇ ਖੜਾ ਹੋਇਆ, ਮਹਾਰਾਜ ਜੀ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਆ, ਕਿਉਂਕਿ ਉਹ ਪੇਟ ਖੜਕਾ ਰਹੇ ਸਨ ਆਪਦਾ। ਢਿੱਡ ਖੜਕਾਉਂਦਿਆਂ ਨੇ ਪੁੱਛਿਆ ਮਹਾਰਾਜ ਨੇ ਕੀ ਕਾਰਨ ਹੈ, ਦੱਸਿਆ ਮਹਾਰਾਜ ਭੁੱਖੇ ਹੈ। ਸਾਰਾ ਕਾਰਨ ਦੱਸ ਦਿੱਤਾ ਕਿ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ। ਗਰੀਬ ਨਵਾਜ ਜੀ ਨੇ ਸੁਤੇ ਸਿੱਧ ਬਚਨ ਕੀਤਾ ਕਿ ਇਹ ਭਾਈ ਭੁੱਖੇ ਨਹੀਂ, ਇਹ ਤਾਂ ਰਜਾਉਣ ਵਾਲੇ ਹੈ। ਪਟਿਆਲੇ ਦਾ ਰਾਜ, ਜੀਂਦ ਦਾ ਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ ਸੀ। ਗੁਰਸੰਗਤ ਜੀ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ। ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 7 ਦਿਨ ਪਹਿਲਾਂ ਸੱਚਖੰਡ ਜਾਣ ਤੋਂ ਆਪ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੀ। ਆਓ ਹੁਣ ਜਿਵੇਂ ਜੰਮੂ ਦਾ ਰਾਜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ ਆਉਂਦਾ ਹੈ, ਆ ਕੇ ਫਰਿਆਦ ਕਰਦਾ ਹੈ, ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧਰਮ ਦਾ ਮਾਰਗ ਇਸ ਰਾਜੇ ਨੂੰ ਦੱਸਦੇ ਹੈ, ਬਖਸ਼ਦੇ ਹੈ। ਆਪਾਂ ਵੀ ਮਨ ਬਿਰਤੀਆਂ ਇਕਾਗਰ ਕਰਕੇ ਪਾਵਨ ਕਥਾ ਵਿਚਾਰ ਸ਼ਰਵਣ ਕਰੀਏ। ਰਸਨਾ ਦੇ ਤਾਈਂ ਕਰੋ ਪਵਿੱਤਰ, ਇੱਕ ਵਾਰੀ ਸਭ ਸੰਗਤ ਪ੍ਰੇਮ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਪੂਰਨ ਸ਼੍ਰੀ ਸਤਿਗੁਰ ਤੁਹੀ ਦੀਜੈ ਨਿਜ ਉਪਦੇਸ਼। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਦੋਂ ਇਹ ਰਾਜਾ ਆਇਆ ਹੈ, ਆ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਾ, ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਪੂਰਨ ਹੋ, ਮੈਨੂੰ ਆਪਣਾ ਨਿਜ ਉਪਦੇਸ਼ ਦਿਓ। ਗਹੀ ਚਰਨ ਕੀ ਸ਼ਰਨ ਮੈਂ, ਸਿੱਖ ਕਰੋ ਜਗਤੇਸ਼। ਜਗਤ ਦੇ ਮਾਲਕ ਸਤਿਗੁਰੂ ਜੀ ਕਿਰਪਾ ਕਰੋ ਮਹਾਰਾਜ, ਮੈਂ ਆਪ ਜੀ ਦੀ ਚਰਨ ਸ਼ਰਨ ਦੇ ਅੰਦਰ ਚੱਲ ਕੇ ਆਇਆ ਹਾਂ, ਮੈਨੂੰ ਆਪਣੀ ਚਰਨ ਸ਼ਰਨ ਦੇ ਵਿੱਚ ਰੱਖੋ, ਆਪਣਾ ਉਪਦੇਸ਼ ਬਖਸ਼ਿਸ਼ ਕਰੋ। ਚੌਪਈ ਸੁਨਤ ਬਿਨੈ ਕਰ ਦਇਆ ਕਿਰਪਾਲਾ। ਜਦੋਂ ਰਾਜੇ ਨੇ ਆ ਕੇ ਬੇਨਤੀ ਕੀਤੀ ਕਿਰਪਾਲੂ, ਸਤਿਗੁਰੂ ਜੀ ਨੇ ਇਸ ਦੀਆਂ ਬੇਨਤੀਆਂ ਗੁਰਸੰਗਤ ਜੀ ਸੁਣੀਆਂ ਹਨ। ਸੁਖ ਨਿਧ ਬੋਲੇ ਬਚਨ ਰਸਾਲਾ। ਸੁਖਾਂ ਦੇ ਖਜ਼ਾਨੇ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਵਚਨ ਬੋਲੇ। ਕੀਜੈ ਸਦਾ ਧਰਮ ਕੋ ਨਿਆਉ। ਮਹਾਰਾਜ ਕਹਿਣ ਲੱਗੇ, ਰਾਜਨ ਜੀ ਹਮੇਸ਼ਾ ਧਰਮ ਦਾ ਨਿਆਂ ਕਰੋ। ਗੁਰਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਜਾਂਦੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਕਰਦੇ ਸਨ। ਜਿਵੇਂ ਆਪ ਜੀ ਨੇ ਗਿਆਨੀ ਜੀ ਤੋਂ ਸ਼ਰਵਣ ਕੀਤਾ ਸੀ ਨਾਮਦਾਨ ਤੇ ਇਸ਼ਨਾਨ, ਮੈਂ ਬੇਨਤੀ ਕਰਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਚਾਰ ਕੀਤਾ ਤੇ ਹਮੇਸ਼ਾ ਧਰਮ ਦੀ ਕਿਰਤ ਕਰਨ ਦੇ ਵਾਸਤੇ ਮਹਾਰਾਜ ਕਿਆ ਕਰਦੇ। ਇਸੇ ਕਰਕੇ ਜਿਹੜੇ ਸਾਡੇ ਦੁਸ਼ਮਣ ਹਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਅੱਜ ਵੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਥੋੜੇ ਦਿਨਾਂ ਤੋਂ ਪਹਿਲਾਂ ਹੀ ਜਿਹੜਾ ਆਪਾਂ ਦਿਨ ਮਨਾ ਕੇ ਹਟੇ ਹਾਂ, ਸਾਡਾ ਜਿਹੜਾ ਰਾਜ ਸੀ ਖਤਮ ਹੋਇਆ। ਸਾਡੇ ਅੰਦਰ ਹੀ ਕਈ ਐਸੇ ਦੁਸ਼ਮਣ ਵੜ ਜਾਂਦੇ ਐ ਜਿਨ੍ਹਾਂ ਦੇ ਕਰਕੇ ਇਹ ਰਾਜ ਖਤਮ ਹੋਇਆ ਸੀ। ਅੱਜ ਵੀ ਉਹ ਬਹੁਤ ਕੁਝ ਹੋ ਰਿਹਾ ਹੈ। ਕਿੱਥੇ ਆਪਾਂ ਦੇਖਦੇ ਹਾਂ ਬੇਅਦਬੀਆਂ ਹੋ ਰਹੀਆਂ ਨੇ, ਸਾਡਾ ਰਾਜ ਖੋਇਆ ਜਾ ਰਿਹਾ ਹੈ। ਸਾਡੇ ਅੰਦਰ ਦੀ ਜਿਹੜੀ ਭਾਵਨਾ ਗੁਰੂ ਦੇ ਪ੍ਰਤੀ ਹੈ ਉਹ ਮਿਟਾਈ ਜਾ ਰਹੀ ਹੈ। ਉਹ ਭਾਵੇਂ ਅੰਦਰ ਸਾਡੇ ਕੋਈ ਐਸੇ ਇਤਿਹਾਸਕਾਰ ਛੱਡ ਦਿੱਤੇ, ਸਾਡੇ ਗ੍ਰੰਥਾਂ ਨੂੰ ਨਿੰਦਦੇ ਜਾ ਰਹੇ ਹੈ। ਇਹ ਗੱਲ ਅੱਜ ਵੀ ਚੰਗੀ ਨਹੀਂ ਲੱਗਦੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਸ ਰਾਜੇ ਨੂੰ ਕਿਹਾ ਕਿ ਭਾਈ ਕਦੇ ਵੀ ਕਿਸੇ ਦੇ ਉੱਪਰ ਉਪਦਰਵ ਨਹੀਂ ਕਰਨਾ, ਧਰਮ ਦਾ ਪ੍ਰਚਾਰ ਕਰਨਾ ਹੈ, ਧਰਮ ਦਾ ਨਿਆਂ ਕਰਨਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਰਾਜਨ ਜੀ ਜਦੋਂ ਵੀ ਤੁਹਾਡੇ ਕੋਲੇ ਰਾਜ ਹੈ, ਅੱਜ ਰਾਜ ਹੈ, ਕਦੇ ਕਿਸੇ ਦੇ ਨਾਲ ਉਪਦਰਵ ਨਹੀਂ ਕਰਨਾ। ਲੋਭ ਧਾਰ ਨਹਿ ਕਰ ਕੁਨਿਆਉ। ਕਿਤੇ ਇਹ ਨਾ ਹੋਵੇ ਤੁਸੀਂ ਲੋਭ ਧਾਰ ਲਵੋ, ਲਾਲਚ ਧਾਰ ਲਵੋ। ਲਾਲਚ ਬੁਰਾ ਹੁੰਦਾ ਹੈ, ਕੁੱਤੇ ਦੇ ਵਾਂਗ ਹੁੰਦਾ। ਜਿਹੜਾ ਪੁਰਸ਼ ਲੋਭ ਧਾਰਦਾ, ਲਾਲਚ ਧਾਰਦਾ, ਜਿਵੇਂ ਹਲਕਾ ਕੁੱਤਾ ਕਿਸੇ ਨੂੰ ਬਖਸ਼ਦਾ ਨਹੀਂ ਨਾ, ਇਸੇ ਤਰ੍ਹਾਂ ਲੋਭੀ ਪੁਰਸ਼ ਵੀ ਭਾਈ ਕਦੇ ਕਿਸੇ ਨੂੰ ਬਖਸ਼ਦਾ ਨਹੀਂ। ਉਹ ਨਹੀਂ ਦੇਖਦਾ ਜਦੋਂ ਲੋਭ ਦੇ ਵਿੱਚ ਹੁੰਦਾ ਉਹ ਆਪਣੀ ਮਾਂ, ਆਪਣਾ ਪਿਤਾ, ਭੈਣ, ਭਾਈ ਕਦੇ ਨਹੀਂ ਦੇਖਿਆ ਕਰਦਾ। ਔਰੰਗਜ਼ੇਬ ਨੇ ਲੋਭ ਧਾਰਨ ਕੀਤਾ, ਲਾਲਚ ਧਾਰਨ ਕੀਤਾ, ਆਪਣੇ ਭਰਾਤਾ ਨੂੰ ਹੀ ਦਾਰਾ ਸ਼ਿਕੋਹ ਨੂੰ ਮਾਰਨ ਦੀ ਕੋਸ਼ਿਸ਼ ਕਰ ਲਈ। ਇਸ ਕਰਕੇ ਲੋਭ ਨਹੀਂ ਕਦੇ ਵੀ ਧਾਰਨਾ, ਉਪਦਰਵ ਨਹੀਂ ਕਿਸੇ ਦੇ ਨਾਲ ਕਰਨਾ। ਜਗਤ ਜਾਨੀਐ ਸੁਪਨ ਸਮਾਨਾ। ਇਹ ਜਿਹੜਾ ਜਗਤ ਹੈ ਭਾਈ ਸੁਪਨੇ ਦੇ ਸਮਾਨ ਜਾਣਨਾ। ਸਤ ਆਤਮਾ ਏਕ ਪਛਾਨਾ। ਬਾਕੀ ਜਿਹੜੀ ਆਤਮਾ ਹੈ ਉਹੀ ਸੱਤ ਹੈ। ਆਤਮਾ ਸੱਤ ਹੈ, ਸੰਸਾਰ ਝੂਠਾ ਹੈ, ਜਗਤ ਹਮੇਸ਼ਾ ਹੀ ਝੂਠਾ ਹੈ। ਜਗਤ ਜਾਂ ਸੰਸਾਰ, ਸੰਸਾਰ ਉਹਨੂੰ ਕਹਿੰਦੇ ਆ ਜੋ ਸਰ ਕਰੀ ਜਾਂਦਾ ਹੈ, ਭਾਵ ਸਰਕਦਾ ਜਾਂਦਾ ਹੈ, ਸਮਾਂ ਉਹ ਲੰਘਦਾ ਜਾਂਦਾ ਹੈ। ਇਹ ਸੱਤ ਨਹੀਂ ਹੈ ਗੁਰਮੁਖੋ। ਸਾਡੀ ਆਤਮਾ ਹੀ ਸੱਤ ਹੈ। ਤਿੰਨ ਆਤਮਾ ਮੰਨੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਗੌਣ ਆਤਮਾ ਨੂੰ ਸਾਡਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ, ਲੇਖਾ ਜੋਖਾ ਦੇਣਾ ਪੈਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ। ਉਹ ਜੋਤ ਹੀ ਗੁਰਸੰਗਤ ਜੀ ਸਤ ਹੈ। ਇਹ ਆਤਮਾ ਸਤ ਜਾਣਨਾ ਕਰੋ। ਸੇਵਾ ਸੰਤਨ ਕੀ ਚਿਤ ਦੀਜੈ। ਅਤੇ ਹਮੇਸ਼ਾ ਸੰਤਾਂ ਦੀ ਸੇਵਾ ਦੇ ਵਿੱਚ ਆਪਣਾ ਚਿੱਤ ਲਾ ਦਿਓ। ਚਿੱਤ ਨੂੰ ਬਾਹਰ ਮੁਖੀ ਨਾ ਕਰੋ, ਸੰਤਾਂ ਦੀ, ਮਹਾਂਪੁਰਖਾਂ ਦੀ ਸੇਵਾ ਕਰੋ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਕਿਹਾ ਹੈ, ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਕੁਝ ਵੀ ਹੋ ਜਾਵੇ ਭਾਈ, ਸਾਕਤ ਦਾ ਸੰਗ ਨਾ ਕਰੋ ਤੇ ਸਾਧੂ ਦੀ ਸੰਗਤ ਨਾ ਤਿਆਗੋ। ਨਗਨ ਛੁਦਤ ਪਰ ਕਰੁਣਾ ਕੀਜੈ। ਮਹਾਰਾਜ ਕਹਿੰਦੇ ਰਾਜਨ ਜੀ ਕੋਈ ਨਗਨ ਹੈ, ਵਸਤਰਾਂ ਤੋਂ ਬਗੈਰ ਹੈ, ਕੋਈ ਭੁੱਖਾ ਹੈ, ਭਾਵ ਜਿਨੇ ਕਦੇ ਲੰਗਰ ਨਹੀਂ ਛਕਿਆ, ਕੋਈ ਭੁੱਖਾ ਹੈ, ਦੂਰ ਦਰੇਡੇ ਤੋਂ ਚੱਲ ਕੇ ਆ ਰਿਹਾ ਹੈ, ਉਸ ਦੀ ਸੇਵਾ ਕਰੋ। ਨਗਨ ਨੂੰ ਉਸ ਨੂੰ ਵਸਤਰ ਚੰਗੇ ਦਿਵਾਓ, ਭੁੱਖੇ ਨੂੰ ਭੋਜਨ ਛਕਾ ਦਿਓ। ਸਤਨਾਮ ਜਪੀਏ ਲਿਵ ਲਾਈ। ਅਤੇ ਲਿਵ ਲਾ ਕੇ ਸਤਨਾਮ ਦਾ ਜਾਪ ਕਰੋ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹਨੂੰ ਮਹਾਰਾਜ ਨੇ ਕਿਹਾ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਲਿਵ ਲਾ ਕੇ, ਲਿਵ ਜੋੜ ਕੇ ਗੁਰਮੰਤਰ ਦਾ ਜਾਪ ਕਰੋ। ਸੁਨੀਏ ਹਰ ਕੀਰਤ ਗੁਣ ਗਾਈ। ਅਤੇ ਨਾਲੇ ਤਾਂ ਹਰੀ ਦੀ ਜਿਹੜੀ ਕੀਰਤੀ ਹੈ, ਹਰੀ ਦਾ ਜਸ ਹੈ, ਕੀਰਤਨ ਰੂਪ ਦੇ ਵਿੱਚ ਗਾਓ।
ਤੇ ਜਿੱਥੇ ਗਾਉਣਾ ਹੈ ਉੱਥੇ ਭਾਈ ਸੁਣਨਾ ਵੀ ਕਰੋ। ਸਤ ਸੰਗਤ ਮਿਲ ਸਮਾ ਬਿਤਾਵੋ। ਜਿਹੜਾ ਜ਼ਿਆਦਾ ਸਮਾਂ ਸਤ ਸੰਗਤ ਦੇ ਵਿੱਚ ਮਹਾਰਾਜ ਕਹਿੰਦੇ ਬਤਾਓ। ਭਗਤ ਜੀ ਕਹਿੰਦੇ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇਹ ਉਪਦੇਸ਼ ਜੇ ਆਪ ਕਮਾਵੋ। ਮਹਾਰਾਜ ਦੱਸ ਰਹੇ ਹੈ, ਕਹਿੰਦੇ ਰਾਜਨ ਜੀ ਜੇਕਰ ਤੁਸੀਂ ਇਹ ਉਪਦੇਸ਼ ਕਮਾ ਲਵੋ, ਸਾਡੀ ਦਿੱਤੀ ਹੋਈ ਸਿੱਖਿਆ ਨੂੰ ਧਾਰਨ ਕਰ ਲਵੋ, ਤੋ 22 ਧਾਰਨ ਹੋਏ ਰਾਜਾ। ਫਿਰ ਤੁਸੀਂ 22 ਧਾਰ ਦੇ ਰਾਜੇ ਹੋ ਜਾਓਗੇ। 22 ਧਾਰ ਦੇ ਰਾਜੇ, ਤੁਹਾਡੇ ਕੋਲੇ ਸਭ ਰਾਜ ਭਾਗ ਤੁਹਾਡੇ ਕੋਲੇ ਹੋਏਗਾ। ਸਭ ਇਸ ਲੋਕ ਕਹਿ ਪੂਜਹਿ ਕਾਜਾ। ਬਾਕੀ ਇਸ ਲੋਕ ਦੇ, ਇੱਕ ਲੋਕ ਤੇ ਇੱਕ ਪਰਲੋਕ। ਗਰੀਬ ਨਵਾਜ ਮਹਾਰਾਜ ਕਹਿੰਦੇ ਲੋਕ ਦੇ ਜਿਹੜੇ ਕਾਰਜ ਹਨ, ਸੰਸਾਰੀ ਕਾਰਜ ਹੈ, ਤੁਹਾਡੇ ਸਾਰੇ ਪੂਰਨ ਹੋ ਜਾਣਗੇ। ਹੋਵੇ ਪਰਲੋਕ ਬਿਖੈ ਗਤ ਆਛੇ। ਅਤੇ ਪਰਲੋਕ ਦੇ ਅੰਦਰ ਵੀ ਤੁਹਾਡੀ ਗਤ ਅੱਛੀ ਹੋ ਜਾਏਗੀ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ, ਭਾਵ ਕੋਈ ਤੰਗੀ ਨਹੀਂ ਆਏਗੀ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦਊ, ਸਾਰੇ ਤੁਹਾਡਾ ਸਤਿਕਾਰ ਕਰਨਗੇ। ਬਖਸ਼ੇ ਅਬ ਜੋ ਕਰੇ ਅਗ ਪਾਛੇ। ਮਹਾਰਾਜ ਕਹਿੰਦੇ ਜਿਹੜੇ ਭਾਈ ਤੁਸੀਂ ਪਿੱਛੇ ਪਾਪ ਕੀਤੇ ਹੋਏ ਸਨ, ਕੋਈ ਨਹੀਂ ਬਖਸ਼ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਿਨਾਂ। ਇੱਕੋ ਹੀ ਇੱਕ ਗੁਰੂ ਨਾਨਕ ਦੇਵ ਮਹਾਰਾਜ ਹੈ ਜਿਹੜੇ ਕਿਲਵਿਖ ਪਾਪਾਂ ਨੂੰ ਬਖਸ਼ ਸਕਦੇ ਆ ਭਾਈ। ਦੁਨੀਆ ਦੇ ਕਿਸੇ ਵੀ ਤੁਸੀਂ ਕੋਨੇ-ਕੋਨੇ ਦੇ ਵਿੱਚ ਚਲੇ ਜਾਓ, ਦੇਵੀ ਨੂੰ ਮੰਨ ਲਓ, ਕਿਸੇ ਹੋਰ ਦਾ ਪੂਜਨ ਕਰ ਲਵੋ, ਕੋਈ ਤੁਹਾਡੇ ਪਾਪਾਂ ਨੂੰ ਨਹੀਂ ਬਖਸ਼ ਸਕਦਾ, ਕਰਮਾਂ ਨੂੰ ਨਹੀਂ ਬਖਸ਼ ਸਕਦਾ। ਇਹ ਤਾਂ ਧੰਨ ਗੁਰੂ ਨਾਨਕ ਦਾ ਦਰ ਐਸਾ ਹੈ ਜਿਹੜਾ ਤੁਹਾਡੇ ਪਾਪਾਂ ਨੂੰ ਬਖਸ਼ ਸਕਦਾ ਹੈ। ਇਸੇ ਕਰਕੇ ਤਾਂ ਕਹਿੰਦੇ ਆ ਐਸਾ ਦਰ ਛੋਡੀਐ ਸੋ ਦਰ ਛੋਡੀਐ ਔਰ ਦੂਜਾ ਕੌਣ ਤੇ ਆਈ ਹੈ। ਕਿਹੜੇ ਦਰ ਨੂੰ ਭਾਈ ਛੱਡੀਏ? ਛੱਡਣਾ ਤਾਂ ਐਸਾ ਦਰ ਭਾਈ ਜਿਹੜਾ ਕਦੇ ਵੀ ਨਾ ਛੱਡੀਏ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ। ਗੁਰੂ ਨਾਨਕ ਦਾ ਦਰਬਾਰ ਐਸਾ ਹੈ। ਇਸ ਰਾਜੇ ਦੇ ਜਿੰਨੇ ਪਾਪ ਕੀਤੇ ਮਗਰ ਕੀਤੇ ਹੋਏ ਸਨ, ਸਾਰੇ ਮਹਾਰਾਜ ਜੀ ਨੇ ਬਖਸ਼ ਦਿੱਤੇ ਹਨ। ਸੁਨ ਗੁਰ ਬਚਨ ਨਿਰਪਤ ਮਨ ਪਾਏ। ਗਰੀਬ ਨਵਾਜ ਜੀ ਦੇ ਬਚਨ ਸੁਣ ਕੇ ਨਿਰਪਤ ਦੇ ਮਨ ਨੂੰ ਭਾ ਗਏ। ਗੁਰਸੰਗਤ ਜੀ ਚੰਗੇ ਲੱਗੇ ਐ। ਜਸ ਪਾਖੇ ਤਸ ਬਹੁਰ ਕਮਾਏ। ਜਿਸ ਤਰ੍ਹਾਂ ਮਹਾਰਾਜ ਜੀ ਨੇ ਇਹਨਾਂ ਨੂੰ ਆਖਿਆ, ਰਾਜੇ ਨੂੰ ਆਖਿਆ, ਉਸ ਤਰ੍ਹਾਂ ਹੀ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਇਆ। ਬਦਿਓ ਰਾਜ ਜੇ ਤੋ ਗੁਰ ਪਾਖਾ। ਫਿਰ ਜਿਵੇਂ ਮਹਾਰਾਜ ਜੀ ਨੇ ਬਚਨ ਕੀਤਾ ਸੀ ਭਾਈ, ਉਹਨਾਂ ਹੀ ਇਹਦਾ ਰਾਜ ਭਾਗ ਵੱਧ ਗਿਆ, ਭਾਵ ਬਹੁਤ ਤਕੜਾ ਰਾਜਾ ਹੋਇਆ ਹੈ। ਕੇਤਿਕ ਦਿਵਸ ਸ੍ਰੀ ਗੁਰ ਤੇ ਰਾਖਾ। ਕੁਝ ਕੁ ਦਿਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਕੋਲ ਹੀ ਰੱਖਿਆ ਹੈ। ਧਰਮ ਦ੍ਰਿੜਾਏ ਦੀਨ ਉਪਦੇਸ਼ਾ। ਧਰਮ ਦ੍ਰਿੜ ਕਰਾ ਦਿੱਤਾ, ਪੱਕਾ ਕਰਾ ਦਿੱਤਾ। ਧਰਮ ਦ੍ਰਿੜ ਕਰਾ ਦੇਣਾ ਗੁਰਸੰਗਤ ਜੀ, ਫੇਰ ਹੀ ਸਾਡੇ ਅੰਦਰ ਨਾਮ ਦਾ ਵਾਸਾ ਹੋ ਸਕਦਾ, ਜੇ ਦ੍ਰਿੜ ਹੋਵੇ, ਧਰਮ ਪੱਕਾ ਹੋਵੇ। ਕਿਉਂਕਿ ਧਰਮ ਹੀ ਜ਼ਿਆਦਾ ਮੂਲ ਹੈ। ਧਰਮ ਤਾਂ ਵੱਧਦਾ ਜੇ ਦਇਆ ਹੋਊਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕਿਹਾ ਹੈ ਕਿ ਦਇਆ ਵੀ ਅੰਦਰ ਹੋਣੀ ਚਾਹੀਦੀ ਹੈ, ਸਤ ਸੰਤੋਖ ਅੰਦਰ ਹੋਣਾ ਚਾਹੀਦਾ ਹੈ। ਗੁਰੂ ਸਤ ਸੰਤੋਖ ਬਖਸ਼ ਦਿੰਦਾ ਹੈ, ਕੱਚਾ ਗੁਰੂ ਇਹ ਨਹੀਂ ਬਖਸ਼ ਸਕਦਾ। ਪੂਰਨ ਗੁਰੂ ਹੀ ਤੁਹਾਨੂੰ ਸਾਨੂੰ ਇਹ ਦਾਤਾਂ ਬਖਸ਼ ਸਕਦਾ ਹੈ। ਮਹਾਰਾਜ ਜੀ ਨੇ ਧਰਮ ਦ੍ਰਿੜ ਕਰਵਾਇਆ। ਵਿਦਾ ਹੋਏ ਗਮਨੇ ਜਗਤੇਸ਼ਾ। ਜਗਤ ਦੇ ਮਾਲਕ ਗੁਰਸੰਗਤ ਜੀ ਇਸ ਜਗ੍ਹਾ ਤੋਂ ਵਿਦਾ ਹੋਏ ਹਨ। ਏਕ ਗ੍ਰਾਮ ਬਨਜਾਰਨ ਕੇਰਾ। ਇੱਕ ਜੋ ਬਰਜਾਰਨ ਭਾਵ ਜਾਰਿਆਂ ਦਾ ਗ੍ਰਾਮ ਸੀ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਧਰ ਨੂੰ ਚੱਲੇ ਐ। ਤਹਾਂ ਆਏ ਨਿਸਕੀਨ ਬਸੇਰਾ। ਉੱਥੇ ਆ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਾਰ-ਬਾਰ ਆਪਣਾ ਬਸੇਰਾ ਕਰ ਲਿਆ, ਆਸਣ ਲਾ ਲਿਆ। ਤਿਨ ਕੇ ਵਿਖੇ ਹੁਤੋ ਜੋ ਨਾਇਕ। ਉਹਨਾਂ ਦੇ ਵਿੱਚ ਇੱਕ ਨਾਇਕ ਸੀ, ਆਪਾਂ ਜਿਵੇਂ ਆਪਾਂ ਕਹਿ ਦਿੰਦੇ ਆ ਸਰਪੰਚ ਜਾਂ ਸ਼੍ਰੋਮਣੀ ਸੀ, ਉਹਨਾਂ ਦਾ ਮੇਨ ਕੋਈ ਮਨੁੱਖ ਸੀ ਉਹਨਾਂ ਦਾ। ਸੁਤ ਜਨਮਿਓ ਤੇ ਘਰ ਸੁਖਦਾਇਕ। ਅਤੇ ਉਸ ਦੇ ਘਰ ਦੇ ਅੰਦਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗਏ ਹੋਏ ਐ। ਥੋੜੇ ਦਿਨ ਪਹਿਲਾਂ ਹੀ ਕੋਈ ਕਹਿੰਦੇ ਆ ਪੁੱਤਰ ਨੇ ਜਨਮ ਲਿਆ ਸੀ। ਤੇ ਸੰਤਤ ਪੂਰਬ ਨਹਿ ਕੋਈ। ਹੁਣ ਉਹਦੇ ਘਰ ਦੇ ਵਿੱਚ ਭਾਈ ਕੋਈ ਸੰਤਾਨ ਨਹੀਂ ਸੀ, ਕੋਈ ਪੁੱਤਰ ਨਹੀਂ ਸੀ। ਜਦੋਂ ਪੁੱਤਰ ਘਰ ਦੇ ਅੰਦਰ ਆਉਂਦਾ ਹੈ, ਕਈ ਵਾਰੀ ਸਮਾਂ ਲੰਘਦਾ ਹੈ, ਫਿਰ ਖੁਸ਼ੀ ਵੀ ਮਨ ਨੂੰ ਹੁੰਦੀ ਹੈ। ਘਰ ਦੇ ਅੰਦਰ ਇਹਨਾਂ ਦੇ ਪੁੱਤਰ ਨਹੀਂ ਸੀ, ਇਸ ਕਰਕੇ ਬਹੁਤ ਖੁਸ਼ੀ ਮਨਾ ਰਹੇ ਸਨ। ਤਾਂ ਦਿਨ ਅਧਿਕ ਬਧਾਈ ਹੋਈ। ਇਸ ਕਰਕੇ ਕਵੀ ਜੀ ਲਿਖਦੇ ਐ
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਜੋ ਕਥਾ ਸੁਣਾ ਰਹੇ ਹੈ, ਕਹਿੰਦੇ ਬਹੁਤ ਵਧਾਈਆਂ ਹੋਈਆਂ ਸੀ। ਲੋਕ ਆ ਆ ਕੇ ਇਹਨਾਂ ਨੂੰ ਵਧਾਈਆਂ ਦੇ ਰਹੇ ਸਨ। ਆਨ ਮੁਬਾਰਕ ਮਾਨਵ ਦੇਵ ਹੈ। ਅਤੇ ਮਾਨਵ ਮਨੁੱਖ ਆ ਆ ਕੇ ਵਧਾਈਆਂ ਦਿੰਦੇ ਆ। ਉੱਥੇ ਕਹਿੰਦੇ ਆ ਤੇਰੀ ਆਰਬਲਾ ਲੰਬੀ ਹੋਵੇ, ਬਹੁਤ ਅਸੀਸਾਂ ਦਿੰਦੇ ਹਨ। ਗੁਰ ਪ੍ਰਸੰਨਤਾ ਸਭ ਕੀ ਲੇਵ ਹੈ। ਇਤੇ ਰਾਜੇ ਨੇ ਗੁਰਸੰਗਤ ਜੀ ਹਿਰਦੇ ਅੰਦਰ ਸਾਰਿਆਂ ਦੀ ਬੜੀ ਪ੍ਰਸੰਨਤਾ ਲੈਣਾ ਕੀਤੀ, ਸਾਰਿਆਂ ਨੂੰ ਖੁਸ਼ ਕਰਕੇ ਤੋਰਿਆ। ਮਿਲ ਕਰ ਦੇ ਤੇ ਅਸੀਸ ਬਿਸਾਲਾ। ਮਿਲ ਕਰਕੇ ਬਹੁਤ ਅਸੀਸਾਂ ਦਿੰਦੇ ਆ। ਤੇਰੀ ਆਰਬਲਾ ਚੰਗੀ ਹੋਵੇ, ਤੂੰ ਮਾਤਾ ਪਿਤਾ ਦਾ ਲਾਇਕ ਬਣੇ, ਇਸ ਤਰ੍ਹਾਂ ਦੀਆਂ ਬੱਚੇ ਨੂੰ ਅਸੀਸਾਂ ਬਖਸ਼ਿਸ਼ ਕਰਦੇ ਆ, ਦਿੰਦੇ ਹਨ। ਡਾਰਤ ਅਲਤਾ ਬਹੁਰ ਗੁਲਾਲਾ। ਜਿਵੇਂ ਹੋਲੀ ਦੇ ਦਿਨਾਂ ਦੇ ਵਿੱਚ ਰੰਗ ਸੁੱਟਿਆ ਜਾਂਦਾ ਹੈ, ਇਸੇ ਤਰ੍ਹਾਂ ਲਾਲ ਰੰਗ ਜੋ ਆਟਾ ਹੁੰਦਾ ਹੈ ਗੁਰਸੰਗਤ ਜੀ, ਉਹ ਇੱਕ ਦੂਜੇ ਉੱਪਰ ਇਹ ਸਿੱਟਦੇ ਹਨ। ਦੇਹ ਉਪਬਨ ਮੈਂ ਸ਼੍ਰੀ ਗੁਰ ਆਏ। ਬਾਰ-ਬਾਰ ਉਪਬਨ ਜੰਗਲ ਦੇ ਵਿੱਚ ਗਰੀਬ ਨਵਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਆਏ ਐ। ਬੈਠੇ ਜਹ ਬਹੁ ਪੰਤ ਬਧਾਏ। ਉੱਥੇ ਆ ਕੇ ਸਤਿਗੁਰੂ ਮਹਾਰਾਜ ਬੈਠੇ ਐ, ਜਿੱਥੇ ਬਹੁਤ ਵਧਾਈਆਂ ਦੇ ਰਹੇ ਐ। ਆ ਕੇ ਉਸ ਰਾਜਨ ਨੂੰ ਵਧਾਈਆਂ ਦੇ ਰਹੇ ਹਨ। ਕਰਤ ਬਿਲਾਸ ਸੰਝ ਪੀ ਗਵਨੇ। ਅਤੇ ਆਪਸ ਵਿੱਚ ਬਿਲਾਸ ਕਰਦੇ, ਗੱਲਾਂ ਬਾਤਾਂ ਕਰਦੇ ਕਰਦੇ ਜਦੋਂ ਸੰਝ ਦਾ ਸਮਾਂ ਹੋ ਗਿਆ, ਭਾਵ ਸ਼ਾਮਾਂ ਦਾ ਸਮਾਂ ਹੋ ਗਿਆ, ਆਪਣੇ ਘਰੋਂ ਘਰੀ ਗਮਣੇ ਭਾਵ ਚਲੇ ਗਏ। ਪ੍ਰਾਪਤ ਹੋਤ ਭਏ ਨਿਜ ਭਵਨੇ। ਸਾਰੇ ਇਕੱਠ ਗੁਰਸੰਗਤ ਜੀ ਆਪੋ ਘਰੋਂ ਘਰੀ ਜਾਣ ਲੱਗੇ ਹਨ। ਨਹਿ ਸੁਧ ਸ਼੍ਰੀ ਨਾਨਕ ਕੀ ਲੀਨੀ। ਚਲੇ ਤਾਂ ਗਏ ਐ, ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਉੱਥੇ ਸਨ, ਪਰ ਕਿਸੇ ਨੇ ਵੀ ਗਰੀਬ ਨਵਾਜ ਦੀ ਸੁੱਧ ਨਹੀਂ ਲਈ, ਕੋਈ ਖਬਰਸਾਰ ਨਹੀਂ ਲਈ। ਕੋਈ ਆਪਣੇ ਬਾਹਰੋਂ ਕੋਈ ਨਗਰ ਦੇ ਵਿੱਚੋਂ ਆਵੇ, ਆਪਾਂ ਖਬਰਸਾਰ ਕਈ ਵਾਰੀ ਪੁੱਛ ਹੀ ਲੈਨੇ ਆ, ਪਰ ਇਹ ਐਸੇ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਕੋਈ ਖਬਰਸਾਰ ਨਹੀਂ ਲੈਣਾ ਕੀਤੀ। ਮਿਲ ਕਰ ਕਿਸੇ ਨ ਬੰਧਨ ਕੀਨੀ। ਕਿਸੇ ਨੇ ਵੀ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਨਹੀਂ ਕੀਤੀ। ਹਰਖ ਪਰੇ ਗਰਬਤ ਸੋ ਗਵਨੇ। ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਉਹ ਤਾਂ ਖੁਸ਼ ਵੀ ਹੁੰਦੇ ਸਨ। ਖੁਸ਼ ਵੀ ਕਿਵੇਂ? ਹੰਕਾਰ ਦੇ ਨਾਲ ਭਰੇ ਹੋਏ, ਬਹੁਤ ਉੱਚੀ ਉੱਚੀ ਹੱਸ ਰਹੇ। ਨਹਿ ਸਨਮਾਨੈ ਲਖ ਗੁਣ ਭਵਨੇ। ਅਤੇ ਗੁਣਾਂ ਦੇ ਭਵਨ ਭਾਵ ਘਰ, ਗੁਣਾਂ ਦੇ ਖਜ਼ਾਨੇ ਗੁਰੂ ਨੂੰ ਜਾਣ ਕੇ ਇਹ ਨਹੀਂ ਜਾਣਿਆ ਕਿ ਮਹਾਰਾਜ ਗੁਣਾਂ ਦੇ ਖਜ਼ਾਨੇ ਆ, ਉਹਨਾਂ ਦਾ ਸਤਿਕਾਰ ਨਹੀਂ ਕੀਤਾ। ਕਿਤਕ ਕਾਲ ਪੀਛੇ ਮਰਦਾਨੇ। ਕੁਝ ਕੁ ਕਾਲ ਪਿੱਛੇ ਭਾਵ ਬਾਅਦ ਦੇ ਵਿੱਚ ਭਾਈ ਮਰਦਾਨਾ ਜੀ ਨੇ ਸ੍ਰੀ ਗੁਰ ਸੋ ਅਸ ਬਚਨ ਬਖਾਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਇਸ ਤਰ੍ਹਾਂ ਬਚਨ ਆਖੇ। ਖੁਸ਼ੀ ਭਰੇ ਗਰਬਤ ਮਨ ਮੂੜੇ। ਅਤੇ ਮਹਾਰਾਜ ਇਹ ਜਿਹੜੇ ਲੋਕ ਹੈ ਰਾਜਸਥਾਨੀਏ, ਮਹਾਰਾਜ ਤਾਂ ਖੁਸ਼ੀ ਦੇ ਨਾਲ ਭਰੇ ਹੋਏ ਐ, ਮੂੜ ਹੈ, ਬੇਸਮਝ ਹੈ, ਮੂਰਖ ਹਨ। ਸੁਤ ਜਨਮੇ ਬਹੁ ਮੋਹ ਅਰੂੜੇ। ਮਹਾਰਾਜ ਇਹਨਾਂ ਦੇ ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ ਹੈ, ਮੋਹ ਦੇ ਵਿੱਚ ਅਰੂਢੇ ਹੋਏ ਐ, ਮੋਹ ਦੇ ਵਿੱਚ ਫਸੇ ਹੋਏ ਐ। ਤੁਮਰੋ ਕਛ ਸਨਮਾਨ ਨ ਕੀਨਾ। ਮੋਹ ਦੇ ਵਿੱਚ ਫਸਿਆ ਹੋਇਆ ਨੇ, ਮਹਾਰਾਜ ਤੁਹਾਡਾ ਸਨਮਾਨ ਹੀ ਨਹੀਂ ਕੀਤਾ। ਕੋਈ ਸਾਧੂ ਆਇਆ, ਕੋਈ ਸੰਤ ਆਇਆ, ਇਹ ਜਾਣ ਕੇ ਕੋਈ ਸਤਿਕਾਰ ਨਹੀਂ ਕੀਤਾ। ਭੇਟ ਨ ਦੀਨ ਅਤੀਤ ਨਾ ਚੀਨਾ। ਮਹਾਰਾਜ ਆਪ ਜੀ ਨੂੰ ਸੰਤ ਨਹੀਂ ਜਾਣਿਆ, ਮਹਾਪੁਰਖ ਨਹੀਂ ਜਾਣਿਆ, ਜਿਸ ਕਰਕੇ ਆਪ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਨੂੰ ਸੰਤ ਜਾਣ ਕੇ ਕੋਈ ਸਤਿਕਾਰ ਨਹੀਂ ਕੀਤਾ। ਕਰ ਹੈ ਪਰਸਪਰ ਅਧਿਕ ਵਧਾਈ। ਅਤੇ ਆਪਸ ਵਿੱਚ ਮਿਲ ਮਿਲ ਕੇ ਬਹੁਤ ਵਧਾਈਆਂ ਕਰ ਰਹੇ ਐ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਐ। ਇਹ ਮਤ ਮੰਦ ਰਹੇ ਗਰਬਾਈ। ਇਹ ਤਾਂ ਮਹਾਰਾਜ ਮਤ ਮੰਦ ਨੇ, ਮਾੜੀ ਮਤ ਵਾਲੇ ਐ, ਖੋਟੀ ਮਤ ਵਾਲੇ ਐ, ਜਿਸ ਕਰਕੇ ਹੰਕਾਰ ਕਰ ਰਹੇ ਹਨ। ਗੁਰੂ ਕਹੈ ਇਹ ਬਾਲ ਜੋ ਜਾਇਓ। ਸੁਤੇ ਸਿੱਧ ਗਰੀਬ ਨਿਵਾਸ ਸੱਚੇ ਪਾਤਸ਼ਾਹ ਬੈਠੇ ਹੋਏ ਐ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ, ਭਾਈ ਮਰਦਾਨਾ ਜੀ ਨੇ ਬਚਨ ਵਿਲਾਸ ਕੀਤੇ। ਮਹਾਰਾਜ ਆਖਣ ਲੱਗੇ ਕਿ ਭਾਈ ਇਹਨਾਂ ਦੇ ਘਰ ਦੇ ਅੰਦਰ ਜਿਸ ਬੱਚੇ ਨੇ ਜਨਮ ਲਿਆ ਹੈ, ਸੋ ਆਪਣੋ ਰਿਣ ਲੈਣੇ ਆਇਓ। ਮਰਦਾਨੇ ਉਹ ਐਵੇਂ ਨਹੀਂ ਆਇਆ
ਉਹ ਤਾਂ ਆਪਣਾ ਰਿਣ ਲੈਣ ਵਾਸਤੇ ਆਇਆ ਹੈ, ਉਹ ਤਾਂ ਆਪਣਾ ਕਰਜ਼ਾ ਲੈਣ ਵਾਸਤੇ ਆਇਆ ਹੈ ਇਹਨਾਂ ਦੇ ਕੋਲੋਂ। ਪੂਰਬ ਜਨਮ ਜਿਤੋ ਇਸ ਪਾਹੀ, ਅਤੇ ਬਾਕੀ ਜਿਹੜਾ ਇਹਦਾ ਪੂਰਬਲਾ ਜਨਮ ਸੀ, ਸੋਲੇ ਭੋਰ ਹੋਤ ਮਰ ਜਾਹੀ। ਅਤੇ ਉਹਦੇ ਇਹ ਜਨਮ ਦੇ ਵਿੱਚ ਇਹਨਾਂ ਦਾ ਕੋਈ ਲੈਣਾ ਦੇਣਾ ਸੀ, ਲੇਖਾ ਜੋਖਾ ਸੀ, ਹਿਸਾਬ ਕਿਤਾਬ ਖੜਾ ਸੀ। ਆਪਣਾ ਰਿਣ ਲੈ ਕੇ, ਆਪਣਾ ਕਰਜ਼ਾ ਲੈ ਕੇ, ਆ ਦੇਖਿਓ ਤੂੰ ਰਾਤੇ ਰਾਤ ਬਾਅਦ ਅੰਮ੍ਰਿਤ ਵੇਲੇ ਹੋਣ ਦੀ ਢੇਰ ਹੈ, ਨੇ ਚੜਾਈ ਕਰ ਜਾਣਾ ਹੈ। ਇਸ ਕੋ ਦਹਿ ਸੰਕਟ ਭਾਰਾ, ਆਹ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਇਹ ਬੜਾ ਭਾਰੀ ਸੰਕਟ ਦੇਗਾ, ਬੜਾ ਦੁੱਖ ਦੇਗਾ। ਰੁਦਨ ਕਰੈ ਕਹਿ ਬਾਲ ਹਮਾਰਾ, ਅਤੇ ਆਪਸ ਵਿੱਚ ਰੋ ਰੋ ਕੇ ਆਖਣਗੇ, ਹੇ ਰੁਦਨ ਕਰੈ ਕਹਿ ਬਾਲ ਹਮਾਰਾ, ਕਿ ਸਾਡਾ ਬਾਲ ਚੜਾਈ ਕਰ ਗਿਆ, ਸਾਡਾ ਬੱਚਾ ਚੜਾਈ ਕਰ ਗਿਆ। ਮੋਹ ਫਾਸ ਮੈਂ ਫਸ ਕਰ ਆਪਾ, ਕਿਉਂਕਿ ਇਹ ਮੋਹ ਦੇ ਫਾਂਸੇ ਦੇ ਵਿੱਚ ਫਸੇ ਹੋਏ ਆ, ਆਪ ਹੀ ਫਸੇ ਹੋਏ ਹਨ। ਮਿਲ ਕਰ ਕਰਹਿ ਬਿਲਾਪ ਕਲਾਪਾ, ਅਤੇ ਆਪ ਮਿਲ ਕਰਕੇ ਬਹੁਤ ਜ਼ਿਆਦਾ ਵਿਰਲਾਪ ਕਰਨਗੇ, ਕਲਪਨਾ ਕਰਨਗੇ, ਆਪਸ ਦੇ ਵਿੱਚ ਰੋਣਗੇ, ਸਿਆਪੇ ਕਰਨਗੇ, ਪਿੱਟਣਗੇ। ਇਸ ਬਿਦ ਕਹਿ ਕਰ ਕੈ ਅਨੁਰਾਗਾ, ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕੇ ਬੜਾ ਪ੍ਰੇਮ ਦੇ ਵਿੱਚ ਸਤਿਗੁਰੂ ਜੀ ਆਏ ਹਨ। ਉਚਰਿਓ ਸ਼ਬਦ ਗਾਏ ਮੁਖ ਰਾਗਾ, ਅਤੇ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਜੀ ਨੇ ਗੁਰਸੰਗਤ ਜੀ ਸ਼ਬਦ ਉਚਾਰਨ ਕੀਤਾ। ਮਰਦਾਨੇ ਤਬ ਆਇਸ ਪਾਈ, ਭਾਈ ਮਰਦਾਨਾ ਜੀ ਜਦੋਂ ਵੀ ਕੋਈ ਕਾਰਜ ਹੁੰਦਾ, ਕਿਸੇ ਨੂੰ ਤਾਰਨਾ ਹੁੰਦਾ, ਕੋਈ ਬਹਾਨਾ ਹੀ ਮਹਾਰਾਜ ਐਸਾ ਬਣਾਉਂਦੇ ਸਨ। ਭਾਈ ਮਰਦਾਨੇ ਨੂੰ ਜਾਂ ਤਾਂ ਗੁਰਸੰਗਤ ਜੀ ਭੁੱਖ ਲਵਾ ਦਿੰਦੇ, ਜਾਂ ਪਿਆਸ ਲਵਾ ਦਿੰਦੇ। ਮਹਾਰਾਜ ਗਰੀਬ ਨਵਾਜ ਆਪ ਹੀ ਕੋਈ ਬਾਣਾ ਵਰਤਾਉਂਦੇ। ਹੁਣ ਕਵੀ ਜੀ ਵੀ ਲਿਖਦੇ ਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਦੇ ਅੰਦਰ ਵਿਚਰਦਿਆਂ ਹੋਇਆਂ ਐਸੇ ਪੁਰਸ਼ਾਂ ਦਾ ਉਧਾਰ ਕੀਤਾ। ਕਾਬਲ ਕੰਧਾਰ ਦੇ ਵਿੱਚ ਮਹਾਰਾਜ ਗਏ, ਉੱਥੇ ਜਾ ਕੇ ਜਿਵੇਂ ਗੁਰਸੰਗਤ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਪਾਪੀਆਂ ਨੂੰ ਤਾਰਿਆ, ਕੋਡੇ ਰਾਖਸ਼ ਵਰਗੇ ਤਾਰ ਦਿੱਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਜਿਹੜੇ ਪਾਪੀਆਂ ਦਾ ਉਧਾਰ ਕੀਤਾ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ। ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਅੰਦਰ ਤਾਰੇ, ਉਹਨਾਂ ਦੀ ਕੋਈ ਗਿਣਤੀ ਕਰ ਸਕਦਾ ਹੈ, ਪਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਨੇਕਾਂ ਪਾਪੀਆਂ ਦਾ ਉਧਾਰ ਕਰ ਦਿੱਤਾ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਭਾਈ ਮਰਦਾਨਾ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸੁਭਾਏਮਾਨ ਹੈ। ਮਹਾਰਾਜ ਜੀ ਨੇ ਆਗਿਆ ਕੀਤੀ ਹੈ। ਲੈ ਰਬਾਬ ਸੁਰ ਤਾਰ ਬਜਾਈ, ਕਹਿਣ ਲੱਗੇ ਮਹਾਰਾਜ, ਭਾਈ ਮਰਦਾਨਾ ਜੀ ਰਬਾਬ ਲਓ ਅਤੇ ਤਾਲ ਨੂੰ ਸੁਰ ਕਰੋ। ਭਾਵ ਜਿਹੜੀ ਤਾਰ ਸੀ ਗੁਰਸੰਗਤ ਜੀ, ਹੁਣ ਰਬਾਬ ਦੀ ਜਿਵੇਂ ਤਬਲਾ ਸੁਰ ਕੀਤਾ ਜਾਂਦਾ ਹੈ, ਹਾਰਮੋਨੀਅਮ ਸੁਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਰਬਾਬ ਦੀ ਜਿਹੜੀ ਤਾਰ ਹੈ ਉਹਨੂੰ ਸੁਰ ਕੀਤਾ ਜਾਂਦਾ ਹੈ। ਮਹਾਰਾਜ ਦੀ ਆਗਿਆ ਪਾ ਕੇ ਤਾਰ ਨੂੰ ਸੁਰ ਕੀਤਾ ਗਿਆ। ਸ੍ਰੀ ਮੁਖ ਵਾਕ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ, ਘਰ ਪਹਿਲਾ। ਸ਼੍ਰੀ ਸੁਭਾਏਮਾਨ ਮੁਖ ਤੋਂ ਵਾਕ ਕਥਨ ਕਰਦੇ ਹੈ। ਸ਼੍ਰੀ ਮੁਖ ਵਾਕ, ਸ਼੍ਰੀ ਰਾਗ ਦੇ ਅੰਦਰ ਇਹ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ। ਪਹਿਰਿਆਂ ਦੇ ਵਿੱਚ ਉਚਾਰਨ ਕੀਤਾ। ਆਪ ਜੀ ਨੂੰ ਪਤਾ 4 ਪਹਿਰ ਹੁੰਦੇ ਹੈ। 4 ਪਹਿਰ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ ਹੈ, ਤੇ ਜੇ 8 ਪਹਿਰ ਹੋਣ ਤੇ ਦਿਨ ਤੇ ਰਾਤ ਦਾ ਸਮਾਂ ਬਣ ਜਾਂਦਾ ਹੈ। 4 ਪਹਿਰ ਹੋਣ ਦਿਨ ਦਾ ਜਾਂ ਰਾਤ ਦਾ ਸਮਾਂ ਬਣਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਗੁਰਮੁਖਾਂ ਨੂੰ ਜਾਂ ਆਪਣੇ ਸਿੱਖਾਂ ਨੂੰ ਭਾਈ ਪਹਿਰ ਦੇ ਵਿੱਚ ਜੀਵਾਂ ਦਾ ਇਹ 4 ਪਹਿਰਾਂ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ। ਸ਼੍ਰੀ ਰਾਗ ਪਹਿਰੇ ਮਹੱਲਾ ਨਾਮ ਸਰੂਪ ਦਾ ਹੁੰਦਾ। ਪਹਿਲੇ ਸਰੂਪ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ, ਘਰ ਪਹਿਲਾ, ਪਹਿਲੇ ਘਰ ਦੇ ਸੁਰਤਾਲ ਦੇ ਅੰਦਰ ਸ਼ਬਦ ਉਚਾਰਨ ਕਰਦੇ ਹੈ। ਗੁਰਬਾਣੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਇਸ ਜਗ੍ਹਾ ਤੇ ਵਸਤੂ ਨਿਰਦੇਸ਼ਕ ਮੰਗਲ ਵੀ ਆਇਆ, ਕਵੀ ਜੀ ਨੇ ਲਿਖਿਆ ਨਹੀਂ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਸਰੂਪ ਹੈ। ਓੰਗ ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ। ਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਐਸੇ ਦੀਨ ਦਿਆਲ ਦੀ ਪ੍ਰਾਪਤੀ ਹੁੰਦੀ ਹੈ। ਪਹਿਲੇ ਪਹਿਰੇ ਰਹਿਣ ਕੈ ਬਣ ਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਵਣਜਾਰਿਆ ਮਿੱਤਰਾ, ਜੀਵ ਰੂਪ ਵਣਜਾਰਿਆ ਮਿੱਤਰਾ, ਇਹ ਉਮਰ ਰੂਪੀ ਪਹਿਲੀ ਰਾਤ ਦੇ ਵਿੱਚ ਰਹਿਣ ਦੇ ਵਿੱਚ ਉਮਰ ਦੇ ਵਿੱਚ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹੁਕਮ ਭਇਆ ਗੁਰਬਾਸ। ਹੁਕਮ ਹੋਇਆ ਪਰਮੇਸ਼ਰ ਦਾ, ਤਾਂ ਕਰਕੇ ਹੁਕਮ ਦੇ ਕਰਕੇ ਤੂੰ ਮਾਤਾ ਦੇ ਗਰਭਾਸ ਗਰਭ ਦੇ ਵਿੱਚ ਆ ਕੇ ਪ੍ਰਵੇਸ਼ ਹੋਇਆ।
ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਉਦੋਂ ਉਰਦ ਤਪ, ਪੁੱਠਾ ਲਮਕਿਆ ਹੋਇਆ ਪਰਮੇਸ਼ਰ ਦਾ ਬੜਾ ਭਾਰੀ ਤੂੰ ਤਪ ਕਰਦਾ ਸੀ। ਤਪ ਕਰਦਾ ਕਰਦਾ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਦੇ ਅੱਗੇ ਪਰਮੇਸ਼ਰ ਦੇ ਅੱਗੇ ਤੂੰ ਅਰਦਾਸ ਬੇਨਤੀਆਂ ਕਰਦਾ ਸੀ। ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਖਸਮ ਦੇ ਸੇਤੀ ਤਾਈ ਤੂੰ ਅਰਦਾਸ ਕਰਦਾ ਸੀ, ਪਰਮੇਸ਼ਰ ਮੈਨੂੰ ਐਸੀ ਭਿਆਨਕ ਜਗ੍ਹਾ ਤੋਂ ਕੱਢ ਲੈ। ਮਹਾਰਾਜ ਮੇਰਾ ਬੜਾ ਬੁਰਾ ਹਾਲ ਹੈ। ਇਸ ਤਰ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਤੂੰ ਕਰਦਾ ਸੀ। ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਦੇਖ, ਜਦੋਂ ਤੂੰ ਪੁੱਠਾ ਲਮਕਿਆ ਹੋਇਆ ਸੀ ਉਦੋਂ ਵੀ ਤੇਰਾ ਧਿਆਨ ਪਰਮੇਸ਼ਰ ਦੇ ਵਿੱਚ ਲੱਗਿਆ ਹੋਇਆ ਸੀ। ਨਾਗਾ ਜਦੋਂ ਤੂੰ ਜਨਮ ਧਾਰ ਕੇ ਆਇਆ ਨਾ ਇਸ ਸੰਸਾਰ ਦੇ ਵਿੱਚ ਤੇ ਨਾਮ ਮਰਜਾਦ ਆਇਆ ਸੀ। ਉਹ ਤੇੜ ਧੋਤੀ ਪਾਈ ਹੁੰਦੀ ਹੈ, ਕੱਪੜੇ ਪਾਏ ਹੁੰਦੇ ਐ, ਤੇ ਜਦੋਂ ਨਾ ਨਗਨ ਹੋਵੇ ਕੋਈ ਆਪਾਂ ਬਿਨ ਮਰਜ਼ਾਦਾ ਤੋਂ ਕਹਿ ਦਿੰਨੇ ਆ। ਇਸ ਤਰ੍ਹਾਂ ਤੂੰ ਭਾਈ ਪੁਰਸ਼ਾ, ਤੂੰ ਤਾਂ ਮਰਿਆਦਾ ਤੋਂ ਬਿਨਾਂ ਹੀ ਸੰਸਾਰ ਦੇ ਵਿੱਚ ਆਇਆ। ਅਥਵਾ ਇਹ ਵੀ ਅਰਥ ਕਰਦੇ ਆ ਨਾਮ ਮਰਜਾਦ। ਇਹ ਕਲਯੁਗ ਦਾ ਜਿਹੜਾ ਸਮਾਂ ਹੈ ਗੁਰਮੁਖੋ ਨਾਮ ਮਰਜ਼ਾਦਾ ਦਾ ਹੈ, ਮਰਿਆਦਾ ਨਹੀਂ ਹੈ ਕੋਈ। ਇੱਥੇ ਜਿਹੜਾ ਬਹੁਤੀ ਸੁਚਮਤਾ ਰੱਖਦਾ ਹੈ ਉਹਨੂੰ ਮਾੜਾ ਬੋਲਿਆ ਜਾਂਦਾ ਹੈ, ਜਿਹੜਾ ਬਾਣੀ ਪੜ੍ਹਦਾ ਹੈ ਉਹਨੂੰ ਮਾੜਾ ਬੋਲਿਆ ਜਾਂਦਾ ਹੈ, ਗੁਰਮੁਖ ਭਾਵਨਾ ਵਾਲਾ ਹੁੰਦਾ ਹੈ, ਸ਼ਰਧਾ ਵਾਲਾ ਹੁੰਦਾ ਹੈ, ਉਹਨੂੰ ਮਾੜਾ ਬੋਲਿਆ ਜਾਂਦਾ ਹੈ। ਇਹ ਨਾਮ ਮਰਿਆਦ ਕਲਯੁਗ ਦਾ ਐਸਾ ਜਿਹੜਾ ਵਿਵਹਾਰ ਹੈ, ਕਲਯੁਗ ਆਪਣੀ ਕਲਾ ਵਰਤਾ ਰਿਹਾ ਹੈ, ਇਸੇ ਕਰਕੇ ਨਾਮ ਮਰਜ਼ਾਦ ਹੈ। ਲੋਕੀ ਕਹਿੰਦੇ ਐ ਸੁਚਮਤਾ ਤੇ ਝੂਠ ਦੇ ਵਿੱਚ ਕੋਈ ਫਰਕ ਨਹੀਂ ਹੈ। ਬਾਹਰ ਨਿਕਲੀਏ ਸੰਸਾਰ ਦੇ ਵਿੱਚੋਂ ਜਾਂ ਆਪਣੇ ਨਗਰ ਇਲਾਕਿਆਂ ਦੇ ਵਿੱਚੋਂ ਦੇਖਦੇ ਆ ਭਾਈ ਕੋਈ ਸੁਚਮਤਾ ਨਹੀਂ ਹੈ, ਝੂਠ ਹੀ ਝੂਠ ਸਾਤੇ ਵਰਤ ਰਹੀ ਹੈ। ਇਹਨਾਂ ਦੀ ਗਿਣਤੀ ਜ਼ਿਆਦਾ ਹੋ ਰਹੀ ਹੈ। ਜਿਹੜੇ ਝੂਠੇ ਪੁਰਸ਼ ਹੈ ਨਾ, ਝੂਠੇ ਪੁਰਸ਼, ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਹੈ ਪੁਰਸ਼ਾ ਤੂੰ ਨਾਮ ਮਰਜ਼ਾਦ ਹੈ। ਸੰਸਾਰ ਦੇ ਵਿੱਚ ਤੂੰ ਨਾਮ ਮਰਜ਼ਾਦ ਕਲਯੁਗ ਦੇ ਵਿੱਚ ਆਇਆ ਜਿੰਦੀ ਕੋਈ ਮਰਿਆਦਾ ਹੀ ਨਹੀਂ ਹੈ। ਪੰਕਤੀ ਦੁਬਾਰਾ ਪੜ੍ਹ ਦਿਓ। ਨਾਮ ਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਗਾ। ਨਾਮ ਮਰਜ਼ਾਦ, ਮਰਿਆਦਾ ਤੋਂ ਬਿਨਾਂ ਸੰਸਾਰ ਦੇ ਵਿੱਚ ਆਇਆ ਸੀ ਤੇ ਬਾਹੁੜ ਜਾਸੀ ਨਾਂਗਾ, ਨੰਗਾ ਹੀ ਤੂੰ ਸੰਸਾਰ ਦੇ ਵਿੱਚੋਂ ਚਲੇ ਜਾਣਾ। ਕੱਪੜੇ ਭਾਵੇਂ ਕਿੰਨੇ ਵੀ ਆਪਾਂ ਇਸ ਜੀਵ ਦੇ ਪਾ ਲਈਏ, ਸਰੀਰ ਨੇ ਗੁਰਸੰਗਤ ਜੀ ਸਥੂਲ ਸਰੀਰ ਨੇ ਇੱਥੇ ਹੀ ਰਹਿ ਜਾਣਾ। ਬਾਕੀ ਜਿਹੜਾ ਗੌਣ ਆਤਮਾ ਭਾਵ ਸੂਖਸ਼ਮ ਸਰੀਰ ਹੈ ਉਹ ਇਥੋਂ ਨਾਮ ਮਰਜ਼ਾਦ ਹੀ ਜਾਵੇਗੀ, ਨਗਨ ਹੀ ਜਾਏਗੀ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਜਿਸ ਤਰ੍ਹਾਂ ਦੀ ਮਸਤਕ ਮੱਥੇ ਉੱਪਰ ਜਾਂ ਅੰਤਸ਼ਕਰਨ ਰੂਪੀ ਮੱਥੇ ਉੱਪਰ ਇਹ ਜੀਵ ਦੇ ਕਰਮਾਂ ਦੀ ਜਿਹੜੀ ਗੁਰਸੰਗਤ ਜੀ ਬੁੜੀ ਹੈ ਮਸਤਕ, ਇਹ ਜੋ ਹਿਸਾਬ ਕਿਤਾਬ ਲਿਖਿਆ ਹੋਇਆ ਹੈ ਉਸੇ ਤਰ੍ਹਾਂ ਦਾ ਜੀਵ ਫਿਰ ਕਰਮ ਕਮਾ ਰਿਹਾ ਹੈ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਿਆ ਗਰਭਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਇਹ ਪ੍ਰਾਣਾ ਧਾਰੀ ਜੀਵ ਤੂੰ ਪਰਮੇਸ਼ਰ ਦੇ ਇਹ ਬਣਾਏ ਹੋਏ ਜੀਵ, ਤੂੰ ਤਾਂ ਇਸੇ ਤਰ੍ਹਾਂ ਜੋ ਜੀਵ ਰੂਪ ਇਸਤਰੀ ਕਹਿ ਲਈਏ ਜਾਂ ਪੁਰਸ਼ ਕਹਿ ਲਈਏ, ਜੋ ਪਹਿਲੇ ਪਹਿਰੇ ਦੇ ਰਾਹੀਂ ਪਹਿਰ ਦੇ ਰਾਹੀਂ ਸਤਿਗੁਰੂ ਮਹਾਰਾਜ ਉਪਦੇਸ਼ ਦੇ ਰਹੇ ਹੈ। ਹੁਕਮ ਭਇਆ ਗਰਭਾਸ, ਮਹਾਰਾਜ ਕਹਿੰਦੇ ਤੂੰ ਹੁਕਮ ਦੇ ਵਿੱਚ ਆ ਕੇ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਦੂਜੇ ਪਹਿਰੇ ਰਹਿਣ ਕੈ ਬਣ ਜਾਰਿਆ ਮਿੱਤਰਾ ਬਿਸਰ ਗਿਆ ਧਿਆਨ। ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ, ਤੂੰ ਉਮਰ ਰੂਪੀ ਦੂਜੇ ਪਹਿਰ ਰਹਿਣ ਦੇ ਵਿੱਚ ਆਇਆ ਤੇ ਉਸ ਵਕਤ ਜਦੋਂ ਆਉਣ ਲੱਗਿਆ ਤੂੰ ਵਿਸਰ ਗਿਆ, ਤੈਨੂੰ ਪਰਮੇਸ਼ਰ ਵਿਸਰ ਗਿਆ, ਤੂੰ ਧਿਆਨ ਲਾਉਣਾ ਹੀ ਭੁੱਲ ਗਿਆ। ਹੱਥੋਂ ਹੱਥ ਨਚਾਈਐ ਬਣ ਜਾਰਿਆ ਮਿੱਤਰਾ ਜਿਉ ਜਸੁਦਾ ਘਰ ਕਾਨ। ਤੈਨੂੰ ਤਾਂ ਹੁਣ ਹੱਥੋਂ ਹੱਥ ਨਚਾਉਂਦੇ ਐ, ਕਦੇ ਪਿਤਾ ਚੱਕ ਲੈਂਦਾ ਹੈ, ਕਦੇ ਮਾਂ ਚੱਕ ਲੈਂਦੀ ਹੈ, ਕਦੇ ਭੈਣ ਚੱਕਦੀ ਹੈ, ਕਦੇ ਚਾਚੇ ਤਾਏ ਚਾਚੀਆਂ ਤਾਈਆਂ ਚੱਕਦੀਆਂ ਹਨ। ਹੱਥੋਂ ਹੱਥ ਨਚਾਈ ਹੈ, ਤੈਨੂੰ ਹੱਥੋਂ ਹੱਥ ਨਚਾਉਂਦੇ ਐ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਆ ਜਿਉਂ ਜਸੋਦਾ ਘਰ ਕਾਣ, ਜਿਵੇਂ ਜਸੋਦਾ ਦੇ ਘਰ ਦੇ ਵਿੱਚ ਕਾਣ ਕ੍ਰਿਸ਼ਨ ਜੀ ਨੂੰ ਨਚਾਇਆ ਜਾਂਦਾ ਸੀ, ਖੁਸ਼ੀਆਂ ਖੇਡਦੇ ਸਨ, ਉਹਨਾਂ ਨੂੰ ਖਿਡਾਇਆ ਜਾਂਦਾ ਸੀ, ਇਸ ਤਰ੍ਹਾਂ ਤੇਰੀ ਹਾਲਤ ਹੈ। ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ। ਤੈਨੂੰ ਸਾਰੇ ਹੱਥੋਂ ਹੱਥ ਨਚਾਉਂਦੇ ਐ ਤੇ ਜਿਹੜੀ ਮਾਤਾ ਹੈ ਨਾ ਉਹਦੇ ਨਾਲ ਤੇਰਾ ਬੜਾ ਪ੍ਰੇਮ ਹੈ, ਜਾਂ ਤੇਰੇ ਨਾਲ ਉਹਦਾ ਬੜਾ ਪ੍ਰੇਮ ਹੈ। ਉਹ ਕਹਿੰਦੀ ਹੈ ਮਾਤ ਕਹੈ ਸੁਤ ਮੇਰਾ, ਮੇਰਾ ਪੁੱਤਰ ਹੈ, ਇਹ ਤਾਂ ਮੇਰਾ ਪੁੱਤਰ ਰਾਜਾ ਹੈ, ਮੇਰਾ ਪੁੱਤਰ ਤਾਂ
ਇਸ ਤਰ੍ਹਾਂ ਬੜੀਆਂ ਵੱਡੀਆਂ ਵੱਡੀਆਂ ਮਾਤਾ ਫਿਰ ਪਦਵੀਆਂ ਬਖਸ਼ ਦਿੰਦੀ ਹੈ। ਜੇ ਅਤ ਕ੍ਰੋਧ ਕਰੇ ਕਰ ਧਾਇਆ, ਤਾਪੀ ਚੀਤ ਨ ਰਾਖਸ ਮਾਇਆ। ਮਾਤਾ ਦਾ ਤਾਂ ਇੰਨਾ ਪ੍ਰੇਮ ਦੱਸਿਆ ਜਾਂਦਾ ਹੈ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਹੇ ਮੇਰੇ ਮੂੜ ਮੂਰਖ ਮਨਾ, ਤੂੰ ਉਸ ਪ੍ਰਮਾਤਮਾ ਨੂੰ ਅਚੇਤ ਚੇਤੇ ਨਹੀਂ ਕਰਦਾ, ਚਿੱਤ ਨਾ ਕਰ। ਗਰੀਬ ਨਵਾਜ ਮਹਾਰਾਜ ਕਹਿੰਦੇ, ਚੇਤ ਮਨ ਮੇਰੇ, ਅੰਤ ਨਹੀਂ ਕਿਛ ਤੇਰਾ। ਇਸ ਸੰਸਾਰ ਦੇ ਵਿੱਚ ਤੇਰਾ ਕੁਝ ਵੀ ਨਹੀਂ ਹੈ। ਭਾਵੇਂ ਮਾਤਾ ਪਿਤਾ ਹੈ, ਮਾਤ ਪਿਤਾ ਬਣਤਾ ਸੁਤ ਬੰਧ ਪਿਸ਼ਟ ਮੀਤ ਯਾਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਜਿਨ ਰਚ ਰਚਿਆ ਤਿਸ ਹੈ ਨਾ ਜਾਣੈ, ਮਨ ਭੀਤਰ ਧਰ ਗਿਆਨ। ਜਿਸ ਪਰਮੇਸ਼ਰ ਨੇ ਤੈਨੂੰ ਰਚਿਆ ਹੈ, ਉਸ ਪਰਮੇਸ਼ਰ ਨੂੰ ਤੂੰ ਜਾਣਦਾ ਨਹੀਂ। ਦਾਤ ਪਿਆਰੀ ਵਿਸਰਿਆ ਦਾਤਾਰਾ। ਪਰਮੇਸ਼ਰ ਨੂੰ ਤੂੰ ਜਾਣਦਾ ਨਹੀਂ ਹੈ, ਉਸ ਪਰਮੇਸ਼ਰ ਨੂੰ ਯਾਦ ਕਰ। ਜਿਨ ਰਚ ਰਚਿਆ, ਪੰਕਤੀ ਦੁਆਰਾ ਪੜ੍ਹ ਦਿਓ। ਜਿਨ ਰਚ ਰਚਿਆ ਤਿਸ ਹੈ ਨਾ ਜਾਣੈ, ਮਨ ਭੀਤਰ ਧਰ ਗਿਆਨ। ਤੂੰ ਮਨ ਦੇ ਅੰਦਰ ਭੀਤਰ ਨਾ ਵੇਚਦਾ ਹੁੰਦਾ ਹੈ, ਗਿਆਨ ਧਾਰਨ ਕਰ ਪਰਮੇਸ਼ਰ ਦਾ। ਪਰਮੇਸ਼ਰ ਦੇ ਗਿਆਨ ਨੂੰ ਲੈਣਾ ਕਰ। ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ, ਵਿਸਰ ਗਿਆ ਧਿਆਨ। ਮਹਾਰਾਜ ਦੂਜੇ ਪਹਿਰ ਦੇ ਦੁਆਰਾ ਗੁਰਸੰਗਤ ਜੀ ਉਪਦੇਸ਼ ਦਿੰਦੇ ਐ ਕਿ ਐ ਜੀਵ ਰੂਪ ਪੁਰਸ਼, ਤੂੰ ਉਮਰ ਰੂਪੀ ਦੂਜੇ ਪਹਿਰ ਦੇ ਵਿੱਚ ਆਇਆ ਤੇ ਤੈਨੂੰ ਪਰਮੇਸ਼ਰ ਵਿਸਰ ਗਿਆ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਓ ਚਿੱਤ। ਜਦੋਂ ਤੀਜਾ ਪਹਿਰ ਆਇਆ ਜੀਵ ਰੂਪ ਵਣਜਾਰਿਆ ਮਿੱਤਰਾ, ਉਦੋਂ ਤੇਰਾ ਧਨ ਦੇ ਨਾਲ, ਮਾਇਆ ਦੇ ਨਾਲ, ਆਪਣੇ ਤਨ ਦੇ ਨਾਲ ਤੇਰਾ ਚਿੱਤ ਲੱਗਿਆ ਹੋਇਆ ਸੀ। ਧਨ ਜੋਬਨ ਸਿਓ ਚਿੱਤ, ਜਵਾਨੀ ਦੇ ਵਿੱਚ ਹੀ ਤੂੰ ਚਿੱਤ ਲਾ ਰੱਖਿਆ ਸੀ। ਮੇਰੀ ਜਵਾਨੀ ਬੜੀ ਸੁੰਦਰ ਹੈ, ਹਰ ਵਕਤ ਧਨ ਗਿਣਨ ਦੇ ਵਿੱਚ ਤੂੰ ਲੱਗਿਆ ਰਿਹਾ। ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ ਮਿੱਤਰਾ, ਬੱਧਾ ਛੁੱਟ ਹੈ ਜਿੱਤ। ਮਹਾਰਾਜ ਕਹਿੰਦੇ ਹਰੀ ਦੇ ਨਾਮ ਨੂੰ ਤੂੰ ਨਹੀਂ ਚੇਤੇ ਕਰਦਾ, ਜਿਸ ਦੇ ਚਿਤਨ ਨਾਲ, ਜਿਸ ਨੂੰ ਸਿਮਰਨੇ ਕਰਕੇ ਤੂੰ ਬੱਧਾ ਛੁੱਟ ਹੈ। ਭਾਵ ਸੰਸਾਰ ਦੇ ਵਿੱਚ ਬੰਨਿਆ ਹੋਇਆ ਤੂੰ ਛੁੱਟ ਸਕੇਗਾ, ਪਰ ਜਿਸ ਦੇ ਨਾਲ ਤੂੰ ਛੁੱਟਣਾ ਸੀ ਉਹਨੂੰ ਤੂੰ ਯਾਦ ਨਹੀਂ ਕਰਦਾ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਵਿਕਲ ਪਿਆ ਸੰਗ ਮਾਇਆ। ਅਤੇ ਹਰੀ ਦਾ ਨਾਮ ਭਾਈ ਪੁਰਸ਼ਾ ਤੂੰ ਚੇਤੇ ਨਹੀਂ ਕਰਦਾ, ਮਾਇਆ ਦੇ ਨਾਲ ਹੀ ਬੜਾ ਵਿਆਕੁਲ ਹੋਇਆ ਪਿਆ ਹੈ। ਧਨ ਸਿਓ ਰੱਤਾ ਜੋਬਨ ਮੱਤਾ, ਅਹਲਾ ਜਨਮ ਗਵਾਇਆ। ਧਨ ਦੇ ਨਾਲ ਹੀ ਤੂੰ ਮਸਤਿਆ ਹੋਇਆ, ਜੋਬਨ ਦੇ ਵਿੱਚ ਰਤਿਆ ਹੋਇਆ। ਅਹਲਾ ਜਿਹੜਾ ਬੜਾ ਸੁੰਦਰ ਜੀਵਨ ਸੀ ਤੇਰਾ, ਤੂੰ ਗਵਾ ਲਿਆ। ਜਾਂ ਇਹ ਜਿਹੜਾ ਜੀਵਨ ਸੀ ਤੂੰ ਵਿਅਰਥਾ ਹੀ ਗਵਾ ਲਿਆ ਹੈ। ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਜਿਹੜੇ ਧਰਮ ਦਾ ਤੂੰ ਵਪਾਰ ਕਰਨਾ ਸੀ, ਧਰਮ ਦਾ ਵਪਾਰ ਨਹੀਂ ਕੀਤਾ। ਸਤ ਸੰਤੋਖ ਦਇਆ ਨੂੰ ਤੂੰ ਆਪਣਾ ਮਿੱਤਰ ਬਣਾਉਣਾ ਸੀ, ਉਹਨਾਂ ਨੂੰ ਤੂੰ ਮਿੱਤਰ ਵੀ ਨਹੀਂ ਬਣਾਇਆ। ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਓ ਚਿੱਤ। ਚੰਗੇ ਕਰਮ ਕਰਨੇ ਸੀ, ਉਹਨਾਂ ਨੂੰ ਤੂੰ ਮਿੱਤਰ ਨਹੀਂ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਓ ਚਿੱਤ। ਤੀਜੇ ਪਹਿਰ ਦੇ ਵਿੱਚ ਭਾਵ ਜਦੋਂ ਜਵਾਨੀ ਆਉਂਦੀ ਹੈ, ਉਦੋਂ ਸਾਡਾ ਜੋਬਨ ਦੇ ਨਾਲ ਚਿੱਤ ਲੱਗਿਆ ਹੁੰਦਾ ਹੈ, ਸਾਡਾ ਸਰੀਰ ਦੇ ਨਾਲ ਚਿੱਤ ਲੱਗਿਆ ਹੁੰਦਾ ਹੈ, ਧਨ ਦੇ ਨਾਲ ਚਿੱਤ ਲੱਗਿਆ ਹੁੰਦਾ ਹੈ। ਤੀਜੇ ਪਹਿਰ ਦੀ ਜਵਾਨੀ ਜਿਹੜੀ ਤੂੰ ਵਿਅਰਥ ਗਵਾ ਲਈ। ਚੌਥੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਹੁਣ ਚੌਥੇ ਪਹਿਰ ਦੇ ਵਿੱਚ ਸਤਿਗੁਰੂ ਜੀ ਦੱਸਦੇ ਆ, ਜਦੋਂ ਬੁਢੇਪਾ ਹੁੰਦਾ ਹੈ ਕਿ ਇਹ ਜੀਵ ਰੂਪ ਪੁਰਸ਼ ਤੂੰ ਚੌਥੇ ਪਹਿਰ ਦੀ ਜਿਹੜੀ ਰਾਤਰੀ ਦੇ ਵਿੱਚ ਸਮਾਂ ਆਇਆ ਜਦੋਂ ਤੇਰਾ, ਭਾਵ ਕਿ ਜਦੋਂ ਜੋਬਨ ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਉਦੋਂ ਬੁਢੇਪੇ ਦੇ ਵਿੱਚ ਕੀ ਹੋਇਆ? ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲਾਵੀ ਲੁਣਿਆ ਖੇਤ। ਲਾਵੀ ਆਇਆ ਖੇਤ, ਭਾਵ ਲਾਵੀ ਉਹਨਾਂ ਨੂੰ ਕਿਹਾ ਜਾਂਦਾ ਜਦੋਂ ਖੇਤ ਪੱਕ ਜਾਂਦਾ ਹੈ। ਪੱਕਣ ਤੋਂ ਬਾਅਦ ਕਣਕ ਵੱਢੀ ਜਾਂਦੀ ਹੈ, ਵੱਢਣ ਵਾਲਿਆਂ ਨੂੰ ਲਾਵੀ ਕਿਹਾ ਜਾਂਦਾ ਹੈ। ਗੁਰਸੰਗਤ ਜੀ ਜਿਹੜੇ ਲਾਵੀ ਜਮਦੂਤ ਕਹੇ ਜਾਂਦੇ ਹੈ, ਅਤੇ ਸਾਡਾ ਸੂਖਸ਼ਮ ਸਰੀਰੇ ਖੇਤ ਕਿਹਾ ਜਾਂਦਾ ਹੈ। ਭਾਵ ਸੂਖਸ਼ਮ ਸਰੀਰ ਖੇਤ ਨੂੰ ਜਮਦੂਤ ਰੂਪੀ ਲਾਵੀ ਜਿਹੜੇ ਆ ਉਹ ਵੱਢਣ ਵਾਲੇ ਆ ਗਏ। ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੈ ਨਾ ਮਿਲਿਆ ਭੇਤ। ਜਦੋਂ ਜਮਾਂ ਨੇ ਤੈਨੂੰ ਪਕੜ ਕੇ ਅੱਗੇ ਚਲਾਇਆ ਤਾਂ ਕਿਸੇ ਨੇ ਤੇਰਾ ਭੇਤ ਨਹੀਂ ਲਿਆ। ਡਾਕਟਰ ਆਪਣੇ ਜਿਹੜੀ ਨਾੜੀ ਹੁੰਦੀ ਹੈ ਗੁਰਸੰਗਤ ਦੀ, ਉਹਨੂੰ ਚੈੱਕ ਕਰਦੇ ਰਹਿ ਜਾਂਦੇ ਆ। ਭੈਣ ਭਾਈ ਸਾਰੇ ਦੇਖਦੇ ਰਹਿ ਜਾਂਦੇ ਆ। ਉਦੋਂ ਪਤਾ ਲੱਗਦਾ ਜਦੋਂ ਕਾਢੋ ਕਾਢੋ ਹੋਈ, ਚੱਕ ਲੋ ਹੁਣ ਤਾਂ ਚੱਕ ਲੋ, ਇਹ ਗੱਲ ਹੋ ਜਾਂਦੀ ਹੈ।
ਇਸ ਕਰਕੇ ਤੇ ਨਾ ਕਿਸੇ ਨੇ ਭੇਤ ਹੀ ਨਹੀਂ ਲੱਗਿਆ ਕਿ ਕਿੱਧਰ ਕੋਈ ਗਿਆ ਹੈ, ਨਾ ਪਤਾ ਲੱਗਦਾ। ਆਤਮਾ ਹੁਣ ਪਤਾ ਨਹੀਂ ਲੱਗਦਾ, ਇਹ ਉਹਨਾਂ ਪੁਰਸ਼ਾਂ ਨੂੰ ਪਤਾ ਲੱਗਦਾ ਜਿਨ੍ਹਾਂ ਦੀ ਕਮਾਈ ਕੀਤੀ ਹੈ। ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਸਰੀਰ ਕਿੱਥੇ ਬੈਠਾ ਹੈ, ਕੀ ਕਰਮ ਕਰ ਰਿਹਾ, ਉਹਦਾ ਕੀ ਹਾਲ ਹੈ। ਪਰ ਆਮ ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ। ਦੇਖਦਿਆਂ ਦੇਖਦਿਆਂ ਆਪਾਂ ਦੇਖਦੇ ਹਾਂ ਹੁਣ ਜਿਹੜੀ ਆਤਮਾ ਅੰਦਰ ਉਹ ਜਾਂਦੀ ਹੈ, ਸਰੀਰ ਜੜ ਬਣ ਜਾਂਦਾ ਹੈ, ਸਰੀਰ ਦੇ ਅੰਦਰ ਕੁਝ ਨਹੀਂ ਰਹਿੰਦਾ। ਜਦੋਂ ਆਤਮਾ ਚਲੀ ਜਾਂਦੀ ਹੈ, ਨਾ ਹੱਥ ਹਿਲ ਸਕਦਾ, ਨਾ ਪੈਰ, ਨਾ ਮੁੱਖ, ਕੁਝ ਵੀ, ਸਰੀਰ ਜੜ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਿਸੇ ਨੂੰ ਕੋਈ ਭੇਤ ਨਹੀਂ ਮਿਲਿਆ। ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾ ਜਮ ਪਕੜ ਚਲਾਇਆ। ਜਦੋਂ ਜਮਾ ਨੇ ਤੈਨੂੰ ਪਕੜ ਕੇ ਅੱਗੇ ਚਲਾਇਆ ਨਾ, ਭੇਤ ਚੇਤ ਹਰ ਕਿਸੇ ਨਾ ਮਿਲਿਓ। ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਤੂੰ ਚੇਤੇ ਕਰ ਲੈ, ਆ ਭੈਣ ਭਾਈਆਂ ਦੇ ਆਸਰੇ ਨਾ ਤੂੰ ਬੈਠਾ ਰਹਿ। ਇਹਨਾਂ ਨੂੰ ਕਿਸੇ ਤਰ੍ਹਾਂ ਦਾ ਤੇਰਾ ਤਾਂ ਭੇਤ ਹੀ ਨਹੀਂ ਲੱਗਣਾ ਕਿ ਤੂੰ ਕਿੱਥੇ ਗਿਆ ਹੈ। ਝੂਠਾ ਰੁਦਨ ਹੋਆ ਦੁਆਲੈ, ਖਿਨ ਮਹਿ ਭਇਆ ਪਰਾਇਆ। ਬਾਕੀ ਜਦੋਂ ਚੜ੍ਹਾਈ ਕਰ ਜਾਏਗਾ ਉਦੋਂ ਸਾਖ ਸੰਬੰਧੀ ਤੇਰੇ ਆਉਣਗੇ, ਉਹ ਤਾਂ ਰੁਦਨ ਕਰਨਗੇ, ਭਾਵ ਥੋੜਾ ਸਮਾਂ ਰੋ ਕੇ ਤੇ ਫਿਰ ਚਲੇ ਜਾਣਗੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਐ ਝੂਠਾ ਰੁਦਨ ਹੋਆ ਦੁਆਲੈ, ਖਿਨ ਮਹਿ ਭਇਆ ਪਰਾਇਆ। ਤੂੰ ਤਾਂ ਖਿਨ ਮਾਤਰ ਦੇ ਵਿੱਚ ਪਰਾਇਆ ਹੋ ਜਾਏਗਾ। ਸਾਈ ਵਸਤ ਪ੍ਰਾਪਤ ਹੋਈ, ਜਿਸ ਸਿਓ ਲਾਇਆ ਹੇਤ। ਤੇ ਬਾਕੀ ਜਿਨ੍ਹਾਂ ਦੇ ਨਾਲ ਤੂੰ ਚਿੱਤ ਲਾਇਆ ਹੋਇਆ, ਧਨ ਦੇ ਨਾਲ, ਮਾਇਆ ਦੇ ਨਾਲ, ਆ ਕੋਠੀ ਮੇਰੀ ਹੈ, ਕਾਰ ਮੇਰੀ ਹੈ, ਗੱਡੀ ਮੇਰੀ ਹੈ, ਆ ਸਭ ਕੁਝ ਜਾਇਦਾਦ ਮੇਰੀ ਹੈ। ਮਹਾਰਾਜ ਕਹਿੰਦੇ ਮਾਤਾ ਪਿਤਾ ਦੇ ਨਾਲ ਤੂੰ ਆਪਣਾ ਚਿੱਤ ਲਾਇਆ ਹੋਇਆ ਤਾਂ ਖਿਨ ਮਾਤਰ ਦੇ ਵਿੱਚ ਪਰਾਇਆ ਸਭ ਕੁਝ ਹੋ ਜਾਂਦਾ ਹੈ। ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ, ਲਾਵੀ ਲੁਣਿਆ ਖੇਤ। ਮਹਾਰਾਜ ਕਹਿੰਦੇ ਆ ਪੁਰਾਣਾ ਧਾਰੀ ਜੀਵ ਚੌਥੇ ਪਹਿਰ ਦੇ ਵਿੱਚ ਤੂੰ ਤੇਰੇ ਅੰਦਰ ਬੁਢੇਪਾ ਹੋਏਗਾ, ਜਿਸ ਕਰਕੇ ਲਾਵੀ ਲੁਣਿਆ ਖੇਤ, ਲਾਵੀ ਆ ਜਾਣਗੇ। ਲਾਵੀ ਭਾਵ ਕਣਕ ਨੂੰ ਵੱਢਣ ਵਾਲੇ ਹੁੰਦੇ ਆ, ਪੱਕੀ ਫਸਲ ਨੂੰ ਵੱਢਣ ਵਾਲੇ ਹੁੰਦੇ ਆ। ਸਾਡੀ ਸਰੀਰ ਰੂਪੀ ਜਿਹੜੀ ਗੁਰਸੰਗਤ ਜੀ ਫਸਲ ਹੈ ਇਹ ਪੱਕ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਜਮਦੂਤ ਆ ਜਾਂਦੇ ਆ ਇਸ ਨੂੰ ਲੈਣ ਦੇ ਵਾਸਤੇ। ਚੌਪਈ ਜਬ ਨਿਸਬੀਤ ਪਈ ਪੁਨ ਸਾਰਾ, ਜਦੋਂ ਰਾਤ ਬਤੀਤ ਹੋਈ ਹੈ, ਦਿਨ ਚੜਿਆ, ਬਾਲਿਕ ਮਰਗਾ ਪਰੀ ਪੁਕਾਰਾ। ਅਤੇ ਉਹ ਰਾਜੇ ਦੇ ਘਰ ਦੇ ਵਿੱਚ ਜਿਹੜੇ ਬੱਚੇ ਨੇ ਜਨਮ ਲਿਆ ਸੀ ਗੁਰਸੰਗਤ ਜੀ, ਉਹ ਚੜ੍ਹਾਈ ਕਰ ਗਿਆ। ਰੁਦਨ ਕਰੈ ਮਿਲ ਕੈ ਬਹੁ ਨਾਰੀ, ਸਾਰੇ ਨਾਰੀ ਇਸਤਰੀਆਂ ਮਨੁੱਖ ਰੁਦਨ ਕਰਦੇ ਆ, ਰੋਂਦੇ ਆ, ਵਿਰਲਾਪ ਕਰਦੇ ਆ। ਬਾਰਿਓ ਖਾਰ ਸੀਸ ਕੇ ਡਾਰੀ, ਆਪਣੇ ਸੀਸ ਦੇ ਕੇਸ ਦੇ ਜਿਹੜੇ ਵਾਲ ਹਨ ਉਹਨਾਂ ਨੂੰ ਉਖਾੜਦੇ ਹਨ, ਪਟਦੇ ਐ। ਨਿਕਸੇ ਵਹਿਰ ਬਾਲ ਕੋ ਲੀਨਾ, ਅਤੇ ਬੱਚੇ ਨੂੰ ਗੁਰਸੰਗਤ ਜੀ ਆਪਣੇ ਮੋਢਿਆਂ ਦੇ ਉੱਪਰ ਚੁੱਕ ਲਿਆ ਸਾਰਿਆਂ ਨੇ ਅਤੇ ਬਾਹਰ ਨੂੰ ਲੈ ਲਿਆ, ਭਾਵ ਚੁੱਕ ਕੇ ਲੈ ਗਏ ਬਾਹਰ। ਖਨ ਕੈ ਧਰਾ ਦਾਬ ਸੋ ਦੀਨਾ, ਕਿਉਂਕਿ ਬੱਚੇ ਨੂੰ ਜ਼ਿਆਦਾ ਸੰਸਕਾਰ ਨਹੀਂ ਕੀਤਾ ਜਾਂਦਾ, ਮਿੱਟੀ ਪੁੱਟ ਕੇ ਉੱਥੇ ਨੱਪ ਦਿੱਤਾ ਜਾਂਦਾ ਹੈ। ਇਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ, ਮਿੱਟੀ ਪੁੱਟੀ ਆ, ਉਹਨੂੰ ਪੂਰ ਦਿੱਤਾ। ਕਰੈ ਬਿਰਲਾਪ ਅਨੇਕ ਪ੍ਰਕਾਰਾ, ਮਾਤਾ ਪਿਤਾ ਭੈਣ ਭਾਈ ਸਾਰੇ ਬਹੁਤ ਜ਼ਿਆਦਾ ਇਹਦੇ ਤਾਈਂ ਵਿਰਲਾਪ ਕਰਦੇ ਆ, ਰੋਂਦੇ ਆ। ਬੜਿਓ ਗ੍ਰਾਮ ਮਹਿ ਸ਼ੋਕ ਅਪਾਰਾ, ਗ੍ਰਾਮ ਦੇ ਅੰਦਰ ਬਹੁਤ ਜ਼ਿਆਦਾ ਸ਼ੋਕ ਹੋ ਗਿਆ, ਗਮੀ ਹੋ ਗਈ। ਤਿਨ ਬਿਲੋਕ ਬੋਲਿਓ ਮਰਦਾਨਾ, ਇਹਨਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਈਂ ਬੋਲੇ ਹਨ। ਪੂਰਬ ਇਨਕੇ ਹਰਖ ਮਹਾਨਾ, ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਤਾਂ ਇਹਨਾਂ ਦੇ ਅੰਦਰ ਬੜੀ ਖੁਸ਼ੀ ਸੀ, ਅਬ ਹੋਇਓ ਸੁਤ ਸ਼ੋਕ ਬੇਸਾਲਾ। ਮਹਾਰਾਜ ਹੁਣ ਇਹਨਾਂ ਦੇ ਘਰ ਦੇ ਅੰਦਰ ਜਿਹੜਾ ਪੁੱਤਰ ਨੇ ਜਨਮ ਲਿਆ ਸੀ ਉਹ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨੇ ਕਰਕੇ ਹੁਣ ਇਹ ਬੜੇ ਸ਼ੋਕ ਦੇ ਵਿੱਚ ਹੋ ਰਹੇ ਆ, ਬੜੀ ਗਮੀ ਦੇ ਵਿੱਚ ਆ ਗਏ। ਰੁਦਨ ਕਰਤੇ ਅਸਚਰਜ ਗਤ ਕਾਲਾ, ਮਹਾਰਾਜ ਰੋਂਦੇ ਆ। ਦੇਖੋ ਆ ਕਾਲ ਦੀ ਕੈਸੀ ਅਸਚਰਜ ਰੀਤੀ ਹੈ। ਇੱਕ ਦਿਨ ਪਹਿਲਾਂ ਹੱਸ ਰਹੇ ਸਨ, ਅੱਜ ਰੋ ਰਹੇ ਐ। ਮੋਹ ਫਸੇ ਨਰ ਦੁਖ ਸੁਖ ਮਾਨਤ, ਮਹਾਰਾਜ ਇਹ ਤਾਂ ਮੋਹ ਦੇ ਵਿੱਚ ਫਸੇ ਹੋਏ ਲੋਕ ਐ ਜਿਹੜੇ ਦੁੱਖ ਤੇ ਸੁੱਖ ਨੂੰ ਮੰਨਦੇ ਹਨ। ਕਰਤਾ ਹਰਥਾ ਨਹਿ ਪਹਿਚਾਨਤ, ਉਹ ਪਰਮੇਸ਼ਰ ਕਰਨ ਵਾਲਾ ਹੈ, ਪਰਮੇਸ਼ਰ ਹੀ ਮਾਰਨ ਵਾਲਾ ਹੈ, ਇਹ ਗੱਲ ਇਹ ਨਹੀਂ ਜਾਣਦੇ। ਸੁਨ ਕਰ ਸ੍ਰੀ ਗੁਰ ਪਰਮ ਉਦਾਰਾ, ਪਰਮ ਉਦਾਰੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਵਚਨ ਜਦੋਂ ਸੁਣੇ ਹਨ, ਤੇ ਛਿਨ ਏਕ ਸ਼ਲੋਕ ਉਚਾਰਾ। ਉਸੇ ਵਕਤ ਮਹਾਰਾਜ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ। ਸ਼ਲੋਕ
ਜਿਤ ਮੋਹਿ ਮਿਲੈ ਮੁਬਾਰਕੀ, ਲੱਖ ਲੱਖ ਮਿਲਨ ਅਸੀਸ। ਜਿਸ ਮੁਖ ਨੂੰ ਭਾਈ ਮੁਬਾਰਕੀ ਮਿਲਦੀ ਹੈ, ਵਧਾਈਆਂ ਮਿਲਦੀਆਂ ਹਨ ਅਤੇ ਲੱਖਾਂ ਹੀ ਅਸੀਸਾਂ ਮਿਲਦੀਆਂ ਨੇ। ਤੇਰੀ ਉਮਰ ਵਧੇ, ਇਸ ਤੋਂ ਆਦ ਲੈ ਕੇ ਅਸੀਸਾਂ ਲੋਕ ਦਿੰਦੇ ਹਨ। ਸੇ ਮੁਖ ਰੋਂਦੇ ਡਿਠ ਮੈਂ, ਮਿਲ ਮਿਲ ਪਿੱਟਨ ਸੀਸ। ਭਾਈ ਅੱਜ ਆਪਾਂ ਦੇਖ ਲਿਆ, ਸੇ ਮੁਖ ਰੋਂਦੇ ਡਿਠ ਮੈਂ, ਕਹਿੰਦੇ ਉਹ ਮੁਖ ਅੱਜ ਰੋਂਦੇ ਦੇਖ ਲਏ। ਗੁਰਬਾਣੀ ਦੇ ਅੰਦਰ ਸ਼ਬਦ ਨਹੀਂ ਹੈ ਇਹ ਕਵੀ ਜੀ ਨੇ ਲਿਖਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮੁਖ ਅਸੀਂ ਆਪਾਂ ਸਾਰਿਆਂ ਨੇ ਰੋਂਦੇ ਦੇਖ ਲਏ ਹਨ। ਦੇਖੋ ਸਾਰਾ ਪਰਿਵਾਰ ਆਪਣੇ ਸਿਰ ਨੂੰ ਪਿੱਟ ਰਿਹਾ ਹੈ, ਭਾਵ ਕੇਸ ਪੱਟ ਰਿਹਾ ਹੈ। ਚੌਪਈ ਇਸ ਪ੍ਰਕਾਰ ਕਹਿ ਕਹਿ ਜਗ ਸਾਈ, ਇਸ ਤਰ੍ਹਾਂ ਬਚਨ ਜਗਤ ਦੇ ਸਾਈਂ ਮਾਲਕ ਨੇ ਕਰਕੇ ਆਨ ਥਾਨ ਗਮਨੇ ਮਨ ਪਾਈ। ਮਹਾਰਾਜ ਹੋਰ ਜਗ੍ਹਾ ਤੇ ਆ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਾਲੇ ਪਾ ਦਿੱਤੇ ਆ ਜਾਣ ਦੇ ਵਾਸਤੇ। ਮਨੁ ਜੇ ਅਨੇਕ ਉਦਾਹਰਨ ਕਾਰਨ, ਅਨੇਕਾਂ ਮਨੁੱਖਾਂ ਦਾ, ਅਨੇਕਾਂ ਜੀਵਾਂ ਦਾ ਉਧਾਰ ਕਰਨ ਵਾਸਤੇ। ਵਿਚਰਤ ਭੇ ਜਗਦੰਬ ਬਿਦਾਰਨ, ਮਹਾਰਾਜ ਜਗਤ ਦੇ ਦੰਭ, ਜੋ ਜਗਤ ਦੇ ਅੰਦਰ ਦੰਭ ਫੈਲਿਆ ਹੋਇਆ ਸੀ, ਪਖੰਡ ਫੈਲਿਆ ਹੋਇਆ ਸੀ, ਉਸ ਨੂੰ ਖਤਮ ਕਰਨ ਦੇ ਵਾਸਤੇ ਗੁਰਸੰਗਤ ਜੀ ਇੱਕ ਗੋਬਿੰਦ ਦਾਸ ਪੰਡਤ ਜੀ ਹੋਏ ਹੈ, ਉਹਨਾਂ ਨੇ ਆਪਣੇ ਪਰਾਏ ਲਿਖੇ ਹੈ। ਉਹਨਾਂ ਪਰਾਇਆਂ ਦੇ ਵਿੱਚ ਇਹ ਵੀ ਜ਼ਿਕਰ ਆਇਆ ਹੈ ਕਿ ਜਿਹੜੇ ਇਹ ਲੋਕ ਸਨ ਜੋ ਵਣਜਾਰੇ ਸੀ, ਇਸ ਵਣਜਾਰਿਆਂ ਨੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਮਾਫੀ ਮੰਗੀ ਸੀ। ਇਹਨਾਂ ਦੇ ਜਿਹੜਾ ਪੁੱਤਰ ਸੀ ਘਰ ਦੇ ਅੰਦਰ, ਉਹਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਉਂਦਾ ਕਰ ਦਿੱਤਾ ਸੀ, ਕਿਉਂਕਿ ਗੁਰਬਾਣੀ ਦੇ ਵੀ ਬਚਨ ਹੈ, ਪ੍ਰਭਾਵੈ ਬਿਨ ਸਾਸਤੇ ਰੱਖੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤਾਂ ਹੋਰ ਵੀ ਜ਼ਿਕਰ ਆਉਂਦਾ ਹੈ। ਜਦੋਂ ਦਿੱਲੀ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਗਏ, ਉਹ ਮਹਾਵਤ ਦਾ ਹਾਥੀ ਚੜਾਈ ਕੀਤਾ ਸੀ। ਉੱਥੇ ਵੀ ਮਹਾਰਾਜ ਨੇ ਜਾ ਕੇ ਹਾਥੀ ਨੂੰ ਜਿਉਂਦਾ ਕੀਤਾ। ਉਹ ਕਾਜੀ ਨੇ ਆ ਕੇ ਮਾੜੀ ਜੀ ਤਰਕ ਮਾਰੀ ਸੀ ਕਿ ਕੌਣ ਐਸਾ ਜਿਹੜਾ ਹਾਥੀ ਨੂੰ ਜਿਉਂਦਾ ਕਰ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਅਸੀਂ ਹਾਥੀ ਨੂੰ ਜਿਉਂਦਾ ਨਹੀਂ ਕੀਤਾ, ਇਹ ਤਾਂ ਪਰਮੇਸ਼ਰ ਨੇ ਕੀਤਾ ਹੈ। ਕਹਿੰਦੇ ਜੇ ਤੁਸੀਂ ਕੀਤਾ ਤਾਂ ਫਿਰ ਹਾਥੀ ਨੂੰ ਹੁਣ ਮਾਰ ਕੇ ਦਿਖਾਓ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਭਾ ਜਾਏ ਤਾਂ ਮਰ ਵੀ ਜਾਏਗਾ। ਬਸ ਇੰਨੇ ਬਚਨ ਹੋਣ ਦੀ ਢੇਰ ਸੀ, ਉਹ ਹਾਥੀ ਫਿਰ ਮਰ ਗਿਆ। ਹੁਣ ਜਿਹੜਾ ਮਹਾਵਤ ਸੀ ਉਹਦਾ, ਜਿਹੜਾ ਹਾਥੀ ਦਾ ਗਾਹਾਂ ਪਾਲਣ ਵਾਲੇ ਸਨ ਜਾਂ ਪਰਿਵਾਰ ਸੀ, ਉਹ ਜਾ ਕੇ ਫਿਰ ਬੇਨਤੀਆਂ ਕਰਦਾ, ਮਹਾਰਾਜ ਕਾਜੀ ਦਾ ਕੀ ਗਿਆ, ਸਾਡਾ ਸਭ ਕੁਝ ਹੀ ਚਲਾ ਗਿਆ ਹੀ, ਸਾਡਾ ਸਭ ਕੁਝ ਸੀ, ਇਹਦੇ ਨਾਲ ਸਾਡੀ ਰੋਟੀ ਪਾਣੀ ਚੱਲਦੀ ਸੀ, ਤੁਸੀਂ ਕਿਰਪਾ ਕਰ ਦਿਓ ਮਹਾਰਾਜ, ਇਹਨੂੰ ਜਿਉਂਦਾ ਕਰ ਦਿਓ। ਭਾਵ ਕੇ ਬਚਨ ਮੰਨ ਕੇ ਫਿਰ ਹਾਥੀ ਨੂੰ ਜਿਉਂਦਾ ਕੀਤਾ ਸੀ। ਇਤਿਹਾਸ ਦੇ ਅੰਦਰ ਬਚਨ ਆਉਂਦੇ ਹੈ। ਗੋਬਿੰਦ ਦਾਸ ਦੇ ਪਰਾਏ ਦੇ ਵਿੱਚ ਇਹ ਬਚਨ ਆਏ ਸਨ ਕਿ ਇਹ ਬੱਚੇ ਨੂੰ, ਲੜਕੇ ਨੂੰ ਜਿਉਂਦਾ ਕਰ ਦਿੱਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਦੋਹਰਾ ਚਰਨ ਕਮਲ ਸਤ ਗੁਰੂ ਕੇ, ਸੁਖ ਕੋ ਸਦਨ ਪਛਾਨ। ਕਥਾ ਸ਼ਰਵਣ ਕਰਨ ਵਾਲਿਆਂ ਦੇ ਜਗਿਆਸੂਆਂ ਨੂੰ ਭਾਈ ਇਹ ਕਵੀ ਰਾਜ ਉਪਦੇਸ਼ ਦੇ ਰਹੇ ਹੈ ਕਿ ਆ ਜਗਿਆਸੂ ਜਨੋ, ਕਥਾ ਸ਼ਰਵਣ ਵਾਲਿਓ ਗੁਰਮੁਖੋ, ਜਿਹੜੇ ਸਤਿਗੁਰੂ ਜੀ ਦੇ ਚਰਨ ਕਮਲ ਹਨ। ਚਰਨ ਕਮਲ, ਹੁਣ ਗੁਰਬਾਣੀ ਦੇ ਵਿੱਚੋਂ ਆਪਾਂ ਪਤਾ ਕਰੀਏ ਮਹਾਰਾਜ ਦੇ ਚਰਨ ਕਿਹੜੇ ਆ। ਮਹਾਰਾਜ ਕਹਿੰਦੇ ਚਿੱਤ ਚਰਨ ਨਾਮ, ਨਾਮ ਰੂਪੀ ਭਾਈ ਚਰਨ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਚਰਨ ਕਮਲ ਸਤਿਗੁਰੂ ਕੇ, ਸਤਿਗੁਰੂ ਦੇ ਜਿਹੜੇ ਚਰਨ ਕਮਲ ਹੈ ਭਾਈ ਸੁੱਖਾਂ ਦੇ ਸਦਨ ਹਨ ਘਰ, ਇਹਨਾਂ ਨੂੰ ਪਛਾਨਣਾ ਕਰੋ। ਬਸ ਹੈ ਸਦਾ ਮਨ ਸਥਿਰ ਹੋਵੇ, ਲਹ ਹੈ ਪਰਮ ਕਲਿਆਣ। ਜਿਨ੍ਹਾਂ ਦੇ ਹਿਰਦੇ ਅੰਦਰ ਇਹ ਚਰਨ ਵਸ ਜਾਂਦੇ ਐ, ਮਨ ਸਥਿਰ ਹੋਵੇ, ਉਹਨਾਂ ਦਾ ਜਿਹੜਾ ਮਨ ਸਥਿਰ ਹੋ ਜਾਂਦਾ ਹੈ। ਨਹੀਂ ਮਨ ਫੁਟਹਰ ਤੇਰਾ ਨਹੀਂ ਵਿਸਾਸਾ, ਤੂੰ ਮਹਾ ਉਦਮਾਦਾ, ਕੋਈ ਵਿਸ਼ਵਾਸ ਨਹੀਂ ਹੈ। ਪਰ ਜਦੋਂ ਸਤਿਗੁਰੂ ਦੇ ਚਰਨ ਹਿਰਦੇ ਅੰਦਰ ਵਸ ਜਾਂਦੇ ਐ, ਉਦੋਂ ਮਨ ਨੂੰ ਟਿਕਾ ਭਾਈ ਆ ਜਾਂਦਾ ਹੈ। ਸ੍ਰੀ ਬਾਲਾ ਸੰਧੂਰ ਵਾਚ ਚੌਪਈ, ਸ੍ਰੀ ਅੰਗਦ ਸੁਨੀਏ ਗੁਣ ਭਵਨੰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਵਸ ਜਾਂਦੇ ਆ ਜਾਂ ਚਰਨ ਵਸ ਜਾਂਦੇ ਆ, ਉਹਨਾਂ ਨੂੰ ਪਰਮ ਕਲਿਆਣਤਾ ਵੀ ਮਿਲ ਜਾਂਦੀ ਹੈ। ਭਾਈ ਬਾਲਾ ਸੰਧੂਰ ਵਾਚ, ਭਾਈ ਬਾਲਾ ਜੀ ਸੰਧੂ ਗੋਤ ਦੇ ਉਵਾਚ ਕਥਨ ਕਰਦੇ ਐ। ਸੋ ਚੌਪਈ ਸ੍ਰੀ ਅੰਗਦ ਸੁਣੀਏ ਗੁਣ ਭਵਨੰ, ਗੁਣਾਂ ਦੇ ਭਵਨੰ ਖਜ਼ਾਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੁਣਨਾ ਕਰੋ। ਭਾਈ ਬਾਲਾ ਜੀ ਕਹਿੰਦੇ ਜਾ ਗੁਣਾਂ ਦੇ ਭਵਨੰ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਆਪ ਜੀ ਸ਼ਰਵਣ ਕਰੋ ਅੱਗੇ। ਤੇ ਕੀਨ ਗੁਰੂ ਪੁਨ ਗਵਨੰ,
ਮਹਾਰਾਜ ਸੱਚੇ ਪਾਤਸ਼ਾਹ ਇਸ ਨਗਰ ਤੋਂ ਰਾਜਸਥਾਨ ਤੋਂ ਚੱਲੇ ਹਨ। ਲਵਪੁਰ ਕੇ ਜਬ ਗਏ ਸਮੀਪਾ, ਮਹਾਰਾਜ ਗਰੀਬ ਨਵਾਜ ਹੁਣ ਲਾਹੌਰ ਦੇ ਕੋਲ ਪਹੁੰਚੇ ਐ। ਕਰੀ ਸਥਿਤ ਬੇਦੀ ਕੁਲ ਦੀਪਾ, ਬੇਦੀ ਕੁਲ ਦੇ ਦੀਵਾ ਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੇ ਬਾਹਰ ਜਾ ਕੇ ਆਪਣਾ ਆਸਣ ਲਾ ਲਿਆ। ਦੁਨੀ ਚੰਦ ਤਹਿ ਬਨੀਆਂ ਭਾਰੀ, ਇੱਥੋਂ ਦਾ ਜਿਹੜਾ ਬਾਣੀਆਂ ਸੀ, ਦੁਨੀ ਚੰਦ ਸੀ, ਬੜਾ ਭਾਰੀ, ਬੜਾ ਧਨਾੜ ਸੀ। ਗੁਰ ਕੀਰਤ ਤਿਸ ਸੁਨੀ ਅਗਾਰੀ, ਪਹਿਲਾਂ ਵੀ ਉਹਨੇ ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਕੀਰਤੀ ਸੀ, ਜਸ ਸੀ, ਬੜਾ ਸੁਣਿਆ। ਤਿਹ ਦਿਨ ਕੀਨੋ ਸ਼ਰਾਧ ਬਿਸਾਲਾ, ਉਸ ਦਿਨ ਭਾਈ ਇਹਨੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਗਏ ਸਨ, ਸਰਾਧ ਕੀਤੇ ਹੋਏ ਸਨ ਆਪਣੇ ਪਿਤਾ ਦੇ। ਪਿਤ ਕੀ ਬਰਸੀਣੀ ਲਖ ਕਾਲਾ, ਪਿਤਾ ਦੀ ਬਰਸੀਨੀ ਨਾਮ ਬਰਸੀ ਦਾ ਹੁੰਦਾ, ਜਿਹੜੀ ਬਰਸ ਬਾਅਦ ਆਵੇ। ਭਾਵ ਕੋਈ ਦਿਨ ਰੱਖਿਆ ਜਾਂਦਾ ਹੈ, ਜਾਂ ਤਾਂ ਉਸੇ ਦਿਨ ਹੀ ਰੱਖੀ ਜਾਂਦੀ ਹੈ, ਜਾਂ ਬਰਸ ਬਾਅਦ, ਸਾਲ ਬਾਅਦ ਜਿਹੜੀ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਗੁਰਸੰਗਤ ਜੀ ਇਹਦੇ ਪਿਤਾ, ਜਿਹੜਾ ਦੁਨੀ ਚੰਦ ਦਾ ਪਿਤਾ, ਉਹ ਚੜ੍ਹਾਈ ਕੀਤਾ ਸੀ, ਇਹ ਆਪਣੇ ਪਿਤਾ ਦੀ ਬਰਸੀ ਮਨਾ ਰਿਹਾ ਸੀ। ਸੁਨ ਕਰ ਆਗਮ ਕਿਰਪਾ ਨਿਕੇਤਾ, ਜਦੋਂ ਕਿਰਪਾ ਦੇ ਨਿਕੇਤ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਉਣਾ ਸੁਣਿਆ, ਸੋ ਆਵਾਲੇ ਨੇ ਕਹੇਤਾ, ਦੁਨੀ ਚੰਦ ਆਪ ਚੱਲ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਲੈਣ ਵਾਸਤੇ ਆਇਆ ਹੈ। ਪਾਦ ਅਰਬਿੰਦ ਸੋ ਬੰਦਨ ਕੀਨਾ, ਮਹਾਰਾਜ ਜੀ ਦੇ ਚਰਨਾਂ ਕਵਲਾਂ ਤੇ ਆ ਕੇ ਨਮਸਕਾਰ ਕੀਤੀ। ਬਿਨੈ ਪਨੀ ਬੋਹ ਹੋਇਓ ਦੀਨਾ, ਬੇਨਤੀਆਂ ਕਰਦਾ ਬੜਾ ਦੀਜ ਅਜਜ ਨਿਮਾਣਾ ਹੋ ਕੇ। ਪੂਰਨ ਪੁਰਖ ਲਖੋ ਹਮ ਪ੍ਰੀਤਾ, ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਤਾਂ ਪੂਰਨ ਪੁਰਖ ਹੋ, ਵੱਡੇ ਹੋ, ਮਹਾਰਾਜ ਸਾਡੀ ਪ੍ਰੀਤੀ ਨੂੰ ਜਾਣਨਾ ਕਰੋ। ਚਲੋ ਸਦਨ ਕੋ ਕਰਹੁ ਪੁਨੀਤਾ, ਮਹਾਰਾਜ ਸਾਡੇ ਘਰ ਦੇ ਵਿੱਚ ਆਓ, ਸਾਡੇ ਘਰ ਦੇ ਵਿੱਚ ਚਰਨ ਪਾ ਕੇ ਪਵਿੱਤਰ ਕਰ ਦਿਓ ਆਪ। ਤੇਹ ਬਿਲੋਕ ਕੈ ਪ੍ਰੇਮ ਬਿਸਾਲਾ, ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਦਾ ਪ੍ਰੇਮ ਦੇਖ ਕੇ ਗਮਨ ਕੀਓ ਉਠ ਸੰਗ ਕਿਰਪਾਲਾ, ਮਹਾਰਾਜ ਇਹਦੇ ਨਾਲ ਚੱਲੇ ਹਨ ਗੁਰਸੰਗਤ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾਲੂ ਜੀ। ਹੁਣ ਇਹ ਦੁਨੀ ਚੰਦ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਗ੍ਰਹਿ ਦੇ ਵਿੱਚ ਜਾਏਗਾ। ਉੱਥੇ ਹੀ ਗੁਰਸੰਗਤ ਜੀ ਜਿਵੇਂ ਮਹਾਰਾਜ ਕੌਤਕ ਵਰਤਾਉਣਗੇ, ਇਹ ਲੰਗਰ ਪਾਣੀ ਕੀਤਾ ਹੋਇਆ ਹੈ, ਤੇ ਬਾਅਦ ਦੇ ਵਿੱਚ ਮਹਾਰਾਜਾਂ ਦੇ ਪਿਤਾ ਦੀ ਹਾਲਤ ਦੱਸਣਗੇ। ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਜਨਾਂ ਪਾਸੋਂ ਆਪ ਜੀ ਸ਼ਰਵਣ ਕਰਿਓ। ਗਰੀਬ ਨਵਾਜ ਦੀ ਵਡਿਆਈ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਿਓ। ਵਡਿਆਈ ਕਰਦੇ ਆ ਭਾਈ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ। ਕਈ ਵਾਰੀ ਭੁੱਲ ਚੁੱਕ ਹੋ ਜਾਂਦੀ ਹੈ, ਆਪ ਬਖਸ਼ ਲੈਣਾ, ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਸਮੂਹ ਸੰਗਤ ਨੂੰ ਬੇਨਤੀ ਹੈ, ਸੂਚਿਤ ਕੀਤਾ ਜਾਂਦਾ ਹੈ ਕਿ ਕਿਸ ਗੁਰਚਰਨ ਸਿੰਘ ਜੀ ਟੋਹੜਾ ਸਾਹਿਬ 18ਵੀਂ ਸਾਲਾਨਾ ਬਰਸੀ ਦੇ ਸਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਿਤੀ 1/2022 ਨੂੰ ਚੌਥੇ ਮਹੀਨੇ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਭੋਗ ਪਾਏ ਜਾਣਗੇ 9 ਵਜੇ, ਉਪਰੰਤ 11 ਵਜੇ ਦੇ ਤਕਰੀਬ ਦੀਵਾਨ ਸਜਾਏ ਜਾਣਗੇ। ਅਰਦਾਸ ਬੇਨਤੀ ਦੇ ਵਿੱਚ ਆਪ ਜੀ ਨੇ ਸ਼ਾਮਲ ਹੋਣਾ। ਇੱਥੇ ਹੀ ਮਹਾਨ ਵਿਦਵਾਨ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਸਾਹਿਬਾਨ, ਉਹ ਵੀ ਪਹੁੰਚਣਗੇ, ਤੇ ਰਾਗੀ ਸਾਹਿਬਾਨ ਵੀ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ 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 ਵਾਹਿਗੁਰੂ